ਵਾਹਿਗੁਰੂ ਸਾਹਿਬ ਜੀਓ। ਮਹੱਲਾ ਚੌਥਾ। ਜੇ ਹੁੰਦੇ ਗੁਰੂ ਬੈਠ ਗਿਆ, ਤਿਸ ਜਨ ਕੀ ਵਡਿਆਈ ਵੱਡੀ ਹੋਈ। ਤਿਸ ਕੋ ਜਗਤ ਨਿਵਿਆ, ਸਭ ਪੈਰੀ ਪਿਆ। ਜਸ ਵਰਤਿਆ ਲੋਇ, ਤਿਸ ਕੋ ਖੰਡ ਬ੍ਰਹਮੰਡ ਨਮਸਕਾਰ ਕਰੇ। ਜਿਸ ਕੈ ਮਸਤਕ ਹੱਥ ਧਰਿਆ, ਗੁਰ ਪੂਰੈ ਸੋ ਪੂਰਾ ਹੋਇ। ਗੁਰ ਕੀ ਵਡਿਆਈ ਨਿਤ ਚੜ੍ਹੈ ਸੁਆਈ, ਆਪੜ ਕੋ ਨਾਸ ਕੋਇ। ਜਨ ਨਾਨਕ ਹਰਿ ਕਰਤੇ ਆਪ ਬੈਠ ਟਿਕਿਆ, ਆਪੇ ਪੈਜ ਰਖੇ ਪ੍ਰਭ ਸੋਈ। ਪੌੜੀ। ਕਾਇਆ ਕੋਟਿ ਅਪਾਰ ਹੈ, ਅੰਦਰ ਹਟ ਨਾਲੇ। ਗੁਰਮੁਖ ਸੌਦਾ ਜੋ ਕਰੇ, ਹਰ ਵਸਤ ਸੰਭਾਲੈ। ਨਾਮ ਨਿਦਾਨ ਹਰ ਵਣ ਜੀਐ, ਹੀਰੇ ਪਰਵਾਲੇ। ਵਿਨ ਕਾਇਆ ਜੇ ਹੋਰ ਥੈ ਧਨ ਖੋਜਦੇ, ਸੇ ਮੂੜ ਬੇਤਲ। ਸੇ ਉਜੜ ਪਰਮ ਪਵਾਈਐ, ਜਿਉ ਝਾੜ ਮਿਰਗ ਭਾਲੈ। ਕਰਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨ ਆਇਆ। ਜਿਉ ਕਸਤੂਰੀ ਮਿਰਗ ਨਾ ਜਾਣੈ, ਪਰਮ ਦਾ ਪਰਮ ਬੁਲਾਇਆ। ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ। ਸਮਰੱਥ ਗੁਰੂ ਲੋਕ ਪਰਲੋਕ ਦੇ ਰੱਖਿਅਕ, ਗਿਆਨ ਦਾ ਸਾਗਰ, ਦਸਾਂ ਪਾਤਸ਼ਾਹੀਆਂ ਦੀ ਜੋਤ, ਭਗਤਾਂ ਪਿਆਰਿਆਂ ਦੀ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਹਜ਼ੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ, ਜੁੜ ਰਹੀ ਸਾਧ ਸੰਗਤ। ਸਭ ਧੰਨਤਾ ਦੇ ਯੋਗ ਅਸੀਂ ਵਡਭਾਗੇ ਹਾਂ। ਗੁਰੂ ਪਾਤਸ਼ਾਹ ਨੇ ਮਿਹਰ ਦਇਆ ਕੀਤੀ ਹੈ, ਕਿਰਪਾ ਕੀਤੀ ਹੈ। ਇਸ ਜੀਵਨ ਨੂੰ ਲੇਖੇ ਵਿੱਚ ਲਾਉਣ ਦਾ ਸਮਾਂ ਦਿੱਤਾ ਹੈ। ਸੋ ਜੀਵਨ ਦੇ ਸਵਾਸ ਔਰ ਸਮਾਂ ਜਿਹੜਾ ਇਹ ਲੇਖੇ ਵਿੱਚ ਲੱਗ ਜਾਏ, ਇਹ ਸਭ ਤੋਂ ਵੱਡੀ ਗੱਲ ਹੈ, ਇਹ ਪ੍ਰਾਪਤੀ ਹੈ। ਲੇਖੇ ਵਿੱਚ ਲੱਗਣਾ ਇਹ ਗੁਰੂ ਦੀ ਬਖਸ਼ਿਸ਼ ਹੈ। ਲੇਖੇ ਵਿੱਚ ਲੱਗਿਆ ਸਮਾਂ ਲੇਖ ਮਿਟਾ ਦਿੰਦਾ ਹੈ। ਭਾਵੇਂ ਲਿਖਿਆ ਨਾ, ਲੇਖ ਮਿਟਦੇ ਨੇ। ਬਾਣੀ ਵਿੱਚ ਇਹ ਵੀ ਆਉਂਦਾ, ਲੇਖ ਕਰਮ ਕੱਟੇ ਵੀ ਜਾਂਦੇ ਹਨ। ਜੇ ਗੁਰੂ ਦੀ ਬਖਸ਼ਿਸ਼ ਹੋਵੇ ਫਿਰ, ਜੇ ਗੁਰੂ ਦੇ ਕੋਲ ਬੈਠਾ ਹੋਵੇ, ਆਇਆ ਹੋਵੇ ਫਿਰ। ਜੇ ਗੁਰੂ ਤੋਂ ਦੂਰ ਰਹੇ ਫਿਰ ਨਹੀਂ, ਫਿਰ ਬਿਲਕੁਲ ਨਹੀਂ, ਫਿਰ ਸੰਭਵ ਨਹੀਂ ਹੈ। ਜੇ ਕੋਈ ਗੁਰੂ ਦੇ ਕੋਲ ਆ ਕੇ ਬਹਿੰਦਾ, ਸੁਣਦਾ, ਮੰਨਦਾ, ਫਿਰ ਸਭ ਕੁਝ ਸੰਭਵ ਹੈ। ਸੋ ਇਸ ਲਈ ਗੁਰੂ ਦੇ ਦਰ 'ਤੇ ਆਏ ਹਾਂ। ਗੁਰੂ ਮਿਹਰ ਕਰੇ, ਸਾਨੂੰ ਆਪਣੀ ਨਾਮ ਦੀ ਦਾਤ ਬਖਸ਼ੇ, ਸੋਝੀ ਦੇਵੇ, ਸਾਡੇ ਅੰਦਰ ਪ੍ਰੇਮ ਜਾਗੇ,
ਭਾਵਨਾ ਪੈਦਾ ਹੋਏ, ਸ਼ਰਧਾ ਬਣੇ, ਭਰੋਸਾ ਬਣੇ, ਤਾਂ ਹੀ ਅਸੀਂ ਕਿਸੇ ਮੁਕਾਮ ਨੂੰ ਹਾਸਲ ਕਰ ਸਕਾਂਗੇ ਜਿਸ ਨੂੰ ਬਾਣੀ ਵਿੱਚ ਲਿਖਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ। ਉਸ ਚੀਜ਼ ਨੂੰ ਪ੍ਰਾਪਤ ਕਰਨ, ਉਸ ਚੀਜ਼ ਨੂੰ ਪ੍ਰਾਪਤ ਕਰਨ ਦੇ ਲਈ ਰੋਜ਼ ਕਥਾ ਗੁਰਮਤਿ ਵਿਚਾਰਾਂ ਮਹਾਰਾਜ ਜੀ ਸਾਨੂੰ ਸਰਵਣ ਕਰਾਉਂਦੇ ਹਨ, ਔਰ ਕੁਝ ਨਾ ਕੁਝ ਅਸੀਂ ਸੈਟਿਸਫਾਈ ਜ਼ਰੂਰ ਹੁੰਦੇ ਹਾਂ, ਪੂਰਾ ਭਾਵੇਂ ਨਹੀਂ। ਸੋ ਇੱਕ ਦਿਨ ਉਹ ਵੀ ਆਏਗਾ ਜਿਸ ਦਿਨ ਅਸੀਂ ਪੂਰਨ ਹੋ ਜਾਵਾਂਗੇ, ਪੂਰਨ ਹੋ ਜਾਵਾਂਗੇ, ਕਿਉਂਕਿ ਪੂਰੇ ਵੱਲ ਨੂੰ ਤੁਰਿਆ ਹੋਇਆ ਪੂਰਨ ਵਿੱਚ ਮਿਲੇਗਾ। ਨਾਨਕ ਲੀਨ ਭਿਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਇਸ ਕਰਕੇ ਜਿੱਧਰ ਅਸੀਂ ਤੁਰੇ ਆ ਨਾ ਉੱਧਰ ਤੁਰਦੇ ਰਹਿਣਾ, ਰੁਕਣਾ ਨਹੀਂ। ਜੇ ਰੁਕ ਜਾਏ ਤੇ ਫਿਰ ਜਿਹੜੀ ਹੈ ਉਹ ਦੂਰੀ ਵੱਧ ਲੱਗੇਗੀ ਤੇ ਮੰਜ਼ਿਲ ਦਾ ਮਿਲਣਾ ਬੜਾ ਮੁਸ਼ਕਿਲ ਹੈ। ਸੋ ਤੁਰਦੇ ਰਹੀਏ, ਜਿਹਨੂੰ ਬਾਣੀ ਵਿੱਚ ਇੰਝ ਲਿਖਿਆ, ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗੇ ਨਾਨਕ ਉਜਲ ਮਥਾ। ਸੋ ਕਰਮ ਕਰਦੇ ਜਾਣਾ, ਕਰਮ ਕਰਦੇ ਜਾਣਾ, ਕਿਹੜਾ ਕਰਮ, ਚੰਗਾ ਕਰਮ, ਨੇਕ ਕਰਮ, ਅੱਛਾ ਕਰਮ, ਇਹ ਸਾਰੇ ਕਰਮ ਕਰਦੇ ਜਾਣਾ, ਬੁਰਾ ਕਰਮ ਨਹੀਂ ਕਰਨਾ। ਚੰਗੇ ਕਰਮ ਕਰਦੇ ਜਾਣਾ, ਚੰਗੇ ਕੰਮ ਕਰਦਿਆਂ ਕਰਦਿਆਂ ਨੂੰ ਹੀ ਪਰਮ ਪਿਤਾ ਪਰਮਾਤਮਾ ਮਿਲੇਗਾ, ਉਸ ਦੇ ਬਾਰੇ ਜਾਣਕਾਰੀ ਮਿਲੇਗੀ। ਮਿਲਣ ਦਾ ਮਤਲਬ ਇਹ ਨਹੀਂ ਵੀ ਜਿਵੇਂ ਅਸੀਂ ਘਰ ਵਿੱਚ ਜਾ ਕੇ ਬੱਚੇ ਨੂੰ ਮਿਲਦੇ ਹਾਂ, ਪਰਿਵਾਰ ਨੂੰ ਮਿਲਦੇ ਹਾਂ, ਵੀ ਉਹਨੂੰ ਮੈਂ ਮਿਲ ਕੇ ਆਇਆ, ਇਸ ਤਰ੍ਹਾਂ ਉਹ ਨਹੀਂ ਮਿਲੇਗਾ। ਕਿਉਂਕਿ ਉਹ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਹਦਾ ਰੂਪ ਵੀ ਨਹੀਂ, ਉਹਦਾ ਸਰੀਰ ਵੀ ਨਹੀਂ, ਉਹਦੀ ਜਾਤ ਵੀ ਨਹੀਂ, ਉਹਦਾ ਰੰਗ ਨਸਲ ਕੁਛ ਵੀ ਨਹੀਂ, ਤੇ ਨਾ ਉਹ ਕਿਸੇ ਸਪੈਸ਼ਲ ਚੀਜ਼ ਦੇ ਵਿੱਚ ਹੈ ਵੀ ਉੱਥੇ ਹੀ ਕੇਵਲ ਮਿਲਣਾ ਜਾਂ ਉੱਥੇ ਹੀ ਦਿਸਣਾ, ਨਹੀਂ। ਉਸਨੇ ਜਿਸ ਪ੍ਰਕਾਰ ਦਿਸਣਾ, ਜਿਸ ਨੂੰ ਜਿਵੇਂ ਦਿਸਣਾ, ਉਹਦੀ ਹੀ ਸੋਝੀ ਸਾਨੂੰ ਵਿਚਾਰਾਂ ਰਾਹੀਂ ਮਿਲਦੀ ਹੈ। ਰੋਜ਼ ਸਰਵਣ ਕਰਦੇ ਹਾਂ। ਕਈਆਂ ਨੂੰ ਅੱਖੀਆਂ ਹੁੰਦੇ ਹੋਏ ਵੀ ਨਹੀਂ ਦਿਸਿਆ, ਕਈਆਂ ਦੀਆਂ ਅੱਖੀਆਂ ਨਹੀਂ ਸਨ, ਸੂਰਮੇ ਸਨ, ਉਹਨਾਂ ਨੂੰ ਵੀ ਦਿਸ ਗਿਆ। ਪਰਮਾਤਮਾ ਮੈਨੂੰ ਦਿਖ ਜਾਏ, ਇਹ ਦਿਸਣਾ ਅੰਦਰੋਂ ਹੈ। ਪਰਮਾਤਮਾ ਮੈਨੂੰ ਮਿਲ ਜਾਏ, ਮਿਲਣਾ ਇਹ ਨਹੀਂ ਵੀ ਉਹ ਗਲੀ 'ਚ ਤੁਰਿਆ ਜਾਂਦਾ ਨੂੰ ਆਵਾਜ਼ ਮਾਰੀ ਰੋਕੀ ਜਰਾ ਮਿਲਣਾ ਤੈਨੂੰ, ਇੱਦਾਂ ਨਹੀਂ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੀ, ਸਭ ਜਗ ਤੇਰਾ ਹੋਏ। ਅੰਦਰੋਂ ਹੀ ਮਿਲਦਾ। ਦੇਖੋ ਕਿੱਡੀ ਵੱਡੀ ਵੱਡੀ ਵਿਦਿਆ ਲੋਕ ਹਾਸਲ ਕਰਦੇ ਹਨ, ਬਾਹਰੋਂ ਕਿਤਾਬਾਂ ਪੜ੍ਹਦੇ ਹਨ, ਔਰ ਅੰਦਰੋਂ ਫਿਰ ਉਹ ਜਦੋਂ ਜੁੜ ਜਾਂਦੇ ਹਨ ਸਬਜੈਕਟ ਦੇ ਨਾਲ, ਇੰਨੀ ਖੋਜ ਕਰਦੇ ਹਨ, ਇੰਨੀ ਮਿਹਨਤ ਕਰਦੇ ਹਨ, ਉਹਦੇ ਵਿੱਚ ਪੂਰਨ ਤਜਰਬਾ ਹਾਸਲ ਕਰ ਲੈਂਦੇ ਹਨ ਅਤੇ ਉਹਨਾਂ ਨੂੰ ਸਫਲਤਾ ਮਿਲਦੀ ਹੈ। ਕਿਤਾਬਾਂ ਬਾਹਰ ਪਈਆਂ ਹਨ, ਲਾਇਬ੍ਰੇਰੀਆਂ ਭਰੀਆਂ ਪਈਆਂ ਹਨ। ਜੇ ਮੈਂ ਕਹਾਂ ਮੈਂ ਘਰ ਲਾਇਬ੍ਰੇਰੀ ਬਣਾ ਕੇ ਗਿਆਨੀ ਬਣ ਗਿਆ ਤਾਂ ਇੱਦਾਂ ਥੋੜ੍ਹਾ ਬਣਨਾ। ਜੇ ਮੈਂ ਘਰ 50-100 ਕਿਤਾਬਾਂ ਖਰੀਦ ਕੇ ਰੱਖ ਕੇ ਆਖਾਂ ਵੀ ਮੈਂ ਵਿਦਵਾਨ ਬਣ ਗਿਆ, ਇੱਦਾਂ ਥੋੜ੍ਹਾ ਬਣਨਾ। ਉਹਨਾਂ ਨੂੰ ਖੋਲ੍ਹਣਾ ਪਏਗਾ, ਉਹਨਾਂ ਨੂੰ ਪੜ੍ਹਨਾ ਪਏਗਾ, ਤਵੱਜੋ ਦੇਣੀ ਪਏਗੀ, ਔਰ ਫਿਰ ਪੜਚੋਲ ਕਰਨੀ ਪਏਗੀ, ਵਿਚਾਰ ਕਰਨਾ ਪਏਗਾ ਇਹ ਚੀਜ਼ ਕਿੱਥੋਂ ਤੱਕ ਸਹੀ ਹੈ। ਇਹ ਲਿਖਿਆ ਹੋਇਆ ਗੁਰਬਾਣੀ ਦੇ ਨਾਲ ਮੈਚ ਕਰਦਾ ਕਿ ਨਹੀਂ। ਜਿੰਨੀਆਂ ਸਾਡੇ ਕੋਲ ਲਿਖਤਾਂ ਹਨ ਸਾਰੀਆਂ ਸਹੀ ਨਹੀਂ ਹਨ। ਜਿੰਨੀਆਂ ਤੁਸੀਂ ਇਤਿਹਾਸ ਦੀਆਂ ਕਿਤਾਬਾਂ ਲਿਆਓਗੇ ਇੱਕ ਦੀ ਦੂਜੇ ਦੇ ਨਾਲ ਮੈਚਿੰਗ ਨਹੀਂ ਹੈ।
ਅਲੱਗ ਅਲੱਗ ਹੈ। ਸੋ ਸਾਨੂੰ ਫਿਰ ਗੁਰਬਾਣੀ ਦੀ ਰੌਸ਼ਨੀ ਲੈਣੀ ਪਏਗੀ, ਗੁਰਬਾਣੀ ਦਾ ਬਲਬ ਜਗਾਉਣਾ ਪਏਗਾ, ਉਹਦੇ ਰਾਹੀਂ ਸਾਨੂੰ ਮਾਪਣਾ ਪਏਗਾ ਇਤਿਹਾਸ ਨੂੰ ਵੀ, ਸਾਖੀਆਂ ਨੂੰ ਵੀ, ਵੀ ਇਹ ਖਰੀ ਉਤਰਦੀ ਹੈ। ਫਿਰ ਉਹਦੇ ਮੁਤਾਬਕ ਅਸੀਂ ਅੱਗੇ ਵੱਧ ਸਕਾਂਗੇ। ਇਸ ਕਰਕੇ ਗਿਆਨ ਪ੍ਰਾਪਤ ਕਰਨ ਦੇ ਨਾਲ, ਗਿਆਨ ਵੰਡਣ ਦੇ ਨਾਲ ਇਹਦੇ ਵਿੱਚ ਵਾਧਾ ਹੁੰਦਾ, ਨਾ ਕਿ ਗਿਆਨ ਨੂੰ ਬਾਰੀਆਂ ਦੇ ਵਿੱਚ ਬੰਦ ਕਰਕੇ ਕੋਈ ਗਿਆਨੀ ਬਣਦਾ। ਪੜ੍ਹਨਾ ਪੈਂਦਾ, ਕੁਛ ਪੜ੍ਹੀਏ ਕੁਛ ਸੁਣੀਏ, ਕੁਝ ਪੜ੍ਹਨਾ ਪੈਂਦਾ, ਕੁਝ ਸੁਣਨਾ ਪੈਂਦਾ, ਕੁਝ ਸੁਣਾਉਣਾ ਪੈਂਦਾ, ਅਤੇ ਫਿਰ ਵਿਚਾਰ ਜਿਹੜੀ ਹੈ ਅੱਗੇ ਚੱਲਦੀ ਹੈ। ਜੇ ਕੋਈ ਇੱਕ ਬੰਦਾ ਹੀ ਸਭ ਕੁਝ ਕਰੀ ਜਾਏ, ਬੋਲੀ ਜਾਏ, ਨਹੀਂ, ਅੱਗਿਓਂ ਵੀ ਵਿਚਾਰ ਆਵੇ, ਰੂਬਰੂ ਹੋਣ, ਗੁਫ਼ਤਗੂ ਹੋਵੇ, ਅਤੇ ਫਿਰ ਗਿਆਨ ਦੇ ਵਿੱਚ ਵਾਧਾ ਹੁੰਦਾ। ਜੇ ਕੋਈ ਸੁਣਨ ਵਾਲਾ ਹੀ ਨਹੀਂ, ਸੁਣਾਉਣ ਵਾਲੇ ਨੇ ਕੀ ਕਰਨਾ? ਸੁਣਾਉਣ ਵਾਲਾ ਨਹੀਂ ਤੇ ਸੁਣਨ ਵਾਲਾ ਹੈ, ਗਲਤੇ ਤੇ ਫਿਰ ਵੀ ਨਹੀਂ ਬਣਦੀ। ਇਸ ਕਰਕੇ ਵਕਤੇ ਤੇ ਸਰੋਤੇ ਦਾ ਬੜਾ ਗਹਿਰਾ ਰਿਸ਼ਤਾ ਹੈ। ਇੰਝ ਕਹਿ ਸਕਦੇ ਹਾਂ ਜਿਵੇਂ ਮਾਂ ਤੇ ਬੱਚੇ ਦਾ ਰਿਸ਼ਤਾ ਹੈ। ਵਕਤਾ ਸਰੋਤਾ ਬਹੁਤ ਗਹਿਰਾ ਪਿਆਰਾ ਰਿਸ਼ਤਾ ਹੈ। ਇਹ ਰਿਸ਼ਤੇ ਦੇ ਵਿੱਚੋਂ ਕਰਮ ਧਰਮ ਨੇ ਜਨਮ ਲੈਣਾ ਹੈ, ਕਰਮ ਧਰਮ ਪੈਦਾ ਹੋਣੇ ਨੇ, ਸੱਚ ਨੇ ਪ੍ਰਗਟ ਹੋਣਾ ਹੈ। ਕਿਵੇਂ? ਸਤ ਸੰਗ ਰਾਹੀਂ। ਸਤ ਸੰਗ ਰਾਹੀਂ ਕੋਈ ਸੱਜਣ ਸੰਤ ਮਿਲੈ ਵਡਭਾਗੀ, ਮੈਂ ਹਰਿ ਪ੍ਰਭ ਪਿਆਰਾ ਦੱਸੇ ਜੀਓ। ਸੋ ਸਤ ਸੰਗ ਕਰਨ ਦੇ ਨਾਲ ਸਾਨੂੰ ਕੁਝ ਨਾ ਕੁਝ ਜ਼ਰੂਰ ਮਿਲੇਗਾ। ਆਓ ਲੜੀਵਾਰ ਸ਼ਬਦ ਦੀ ਵਿਚਾਰ ਆਰੰਭ ਕਰਦੇ ਹਾਂ। ਪੰਕਤੀਆਂ ਅਸੀਂ ਸਰਵਣ ਕਰ ਲਈਆਂ ਹਨ। ਚੌਥੇ ਪਾਤਸ਼ਾਹ ਜੀ ਦੀਆਂ ਬਹੁਤ ਪਿਆਰਾ ਸ਼ਬਦ ਹੈ। ਸ਼ਬਦ ਸਾਰੇ ਪਿਆਰੇ ਹੁੰਦੇ ਹਨ। ਕੇਵਲ ਸ਼ਬਦ ਦੇ ਵਿੱਚ ਐਸਾ ਗਿਆਨ ਹੁੰਦਾ ਜਿਹੜਾ ਇੱਕਦਮ ਟੱਚ ਕਰਦਾ ਹੈ। ਸੋ ਆਓ ਗੁਰੂ ਮਹਾਰਾਜ ਜੀ ਕੀ ਫਰਮਾਨ ਕਰਦੇ ਹਨ? ਜੇ ਹੁੰਦੇ ਗੁਰੂ ਬਹਿ ਟਿਕਿਆ, ਤਿਸ ਜਨ ਕੀ ਵਡਿਆਈ ਵੱਡੀ ਹੋਈ। ਕੱਲ ਵੀ ਪੜ੍ਹਿਆ ਸੀ, ਤਿਸ ਤੋਂ ਸਦਾ ਸਲਾਮਤ ਨਿਰੰਕਾਰ। ਜੇ ਗੁਰੂ ਦੇ ਹੁੰਦੇ, ਜੇ ਗੁਰੂ ਦੇ ਹੁੰਦੇ ਹੋਏ, ਗੁਰੂ ਵੈਸੇ ਸਦਾ ਹੀ ਰਹਿਣਾ, ਅਸੀਂ ਸਦਾ ਨਹੀਂ ਰਹਿਣਾ। ਜਿੱਦਣ ਅਸੀਂ ਚਲੇ ਜਾਣਾ, ਗੁਰੂ ਨੇ ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਗੁਰੂ ਨੇ ਉਦੋਂ ਵੀ ਰਹਿਣਾ, ਮਾਲਕ ਨੇ ਉਦੋਂ ਵੀ ਰਹਿਣਾ। ਗੁਰੂ ਦੇ ਹੁੰਦੇ ਹੋਏ, ਸਾਡੇ ਹੁੰਦੇ ਹੋਏ, ਜੇ ਗੁਰੂ ਸਾਡੇ ਅੰਦਰ ਟਿਕ ਜਾਏ, ਬਹਿ ਜਾਏ, ਜਾਂ ਗੁਰੂ ਦਾ ਸ਼ਬਦ ਕਹਿ ਲਈਏ, ਜੇ ਉਹ ਸਾਡੇ ਅੰਦਰ ਟਿਕ ਜਾਏ, ਬਹਿ ਜਾਏ, ਸਭ ਕੁਝ ਹੁੰਦੇ ਹੋਏ, ਸਾਡੇ ਹੁੰਦੇ ਹੋਏ, ਸਾਡੇ ਸਰੀਰ ਦੇ ਹੁੰਦੇ ਹੋਏ, ਪ੍ਰਾਣਾਂ ਦੇ ਹੁੰਦੇ ਹੋਏ, ਤੇ ਗੁਰੂ ਦੇ ਹੁੰਦੇ ਹੋਏ। ਗੁਰੂ ਉਦੋਂ ਤੱਕ ਹੀ ਹੈ ਸਾਡਾ ਜਦੋਂ ਤੱਕ ਸਾਡਾ ਸਰੀਰ ਹੈ। ਗਿਆਨ ਜਿਹੜਾ ਹੈ ਉਹ ਇਸ ਜਾਮੇ ਦੇ ਵਿੱਚ ਹੀ ਅਸੀਂ ਪ੍ਰਾਪਤ ਕਰਨਾ। ਕਰਮ ਜਿਹੜਾ ਹੈ ਇਸ ਮਨੁੱਖੀ ਜਾਮੇ ਦੇ ਵਿੱਚ ਹੀ ਹੋਣਾ, ਕਿਸੇ ਹੋਰ ਜਾਮੇ ਦੇ ਵਿੱਚ ਨਹੀਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਤੇਰੇ ਲਈ ਇਸ ਵੇਲੇ ਗੁਰੂ ਹੈ। ਜਿਹੜਾ ਮਰ ਜਾਂਦਾ ਉਹਦੇ ਲਈ ਗੁਰੂ ਕਿੱਥੇ? ਹਾਂ, ਜੇ ਉਹਨੇ ਕੋਈ ਕਰਮ ਕੀਤੇ ਹੋਣਗੇ ਉਹ ਚੀਜ਼ ਤੇ ਉਹਦੇ ਨਾਲ ਚੱਲੇਗੀ। ਪਰ ਜੇ ਮਰਨ ਤੋਂ ਬਾਅਦ ਕੋਈ ਕਵੇ ਵੀ ਮੈਂ ਹੁਣ ਦਾਨ ਪੁੰਨ ਧਰਮ ਕਰਮ ਜਾਂ ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰੇ ਚਲਾ ਜਾਵਾਂ, ਮੈਂ ਕਥਾ ਕਰ ਲਵਾਂ, ਕਥਾ ਕੀਰਤਨ ਸੁਣ ਲਵਾਂ, ਜਿਸ ਦਿਨ ਇਨਸਾਨ ਚਲਾ ਜਾਂਦਾ ਉਹ ਤੋਂ ਅਗਲੇ ਦਿਨ ਇਹ ਚੀਜ਼ ਕਰ ਨਹੀਂ ਸਕਦਾ। ਕੋਈ ਕਰ ਸਕਦਾ? ਕੁਝ ਵੀ ਨਹੀਂ ਕਰ ਸਕਦਾ, ਹੱਥ ਨਹੀਂ ਹਿਲਾ ਸਕਦਾ। ਇਸ ਕਰਕੇ ਜਬ ਲਗ ਜੋਵਨ ਸਾਸ ਹੈ, ਤਬ ਲਗ ਏ ਤਨ ਦੇਹ। ਵਿਣ ਗੁਣ ਕਾਮ ਨ ਆਵੀ, ਢਹਿ ਢੇਰੀ ਤਨ ਖੇ। ਇਸ ਕਰਕੇ ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ। ਹੁਣ ਸਮਾਂ ਹੈ ਮਹਾਰਾਜ ਜੀ ਕਹਿੰਦੇ ਨਾਮ ਦੇ ਬੀਜ ਬੀਜਣ ਦਾ। ਤੇ ਇਸ ਕਰਕੇ ਵੱਤ ਲੱਗੀ ਸੱਚੇ ਨਾਮ ਕੀ, ਜੋ ਬੀਜੈ ਸੋ ਖਾਏ। ਵੱਤਰ ਹੈ, ਜਿਵੇਂ ਸਾਡੀ ਪੈਲੀ 'ਚ ਵੱਤਰ ਹੁੰਦਾ ਹੈ ਨਾ, ਬੀਜ ਪਾਉਂਦੇ ਹਾਂ, ਲਾਵ ਝੋਨਾ ਲਾਉਂਦੇ ਹਾਂ। ਸੋ ਮਹਾਰਾਜ ਜੀ ਕਹਿੰਦੇ ਤੇਰੀ ਜ਼ਿੰਦਗੀ ਦੇ ਵਿੱਚ ਵੀ ਹੁਣ ਵੱਤਰ ਆਇਆ। ਵੱਤ ਲੱਗੀ ਸੱਚੇ ਨਾਮ ਕੀ, ਜੋ ਬੀਜੇ ਸੋ ਖਾਏ। ਹੁਣ ਵੱਤਰ ਹੈ, ਨਾਮ ਦੇ ਬੀਜ ਬੀਜਣ ਦੀ ਰੁੱਤ ਹੈ।
ਹੁਣ ਰੁੱਤ ਹੈ, ਰੁੱਤ ਦਾ ਫਾਇਦਾ ਲੈਂਦੇ ਹਨ ਸਿਆਣੇ ਲੋਕ। ਸੋ ਹੁਣ ਨਾਮ ਦੇ ਬੀਜ ਬੀਜਣ ਦੀ ਰੁੱਤ ਹੈ, ਚਾਹੇ ਕੋਈ ਬਾਲਪਨ ਵਿੱਚ ਹੈ, ਚਾਹੇ ਜੋਬਨ ਵਿੱਚ ਹੈ, ਚਾਹੇ ਬੁਢਾਪੇ ਦੇ ਵਿੱਚ ਹੈ। ਉਸ ਰੁੱਤ ਦੇ ਵਿੱਚ ਕੁਝ ਨਾ ਕੁਝ ਕਰਮ ਕਰ ਲਿਆ ਜਾਏ। ਜੇ ਹੁੰਦੇ ਗੁਰੂ ਬੈ ਟਿਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ। ਸੋ ਗੁਰੂ ਜਿਸ ਦੇ ਹਿਰਦੇ ਦੇ ਵਿੱਚ ਵਸ ਜਾਂਦਾ ਜਾਂ ਟਿਕ ਜਾਂਦਾ ਜਾਂ ਗੁਰੂ ਸ਼ਬਦ ਨੂੰ ਟਿਕਾ ਦਿੰਦਾ, ਗੁਰੂ ਸ਼ਬਦ ਨੂੰ ਜਨਾ ਦਿੰਦਾ, ਗੁਰੂ ਸ਼ਬਦ ਨੂੰ ਟਿਕਾ ਦਿੰਦਾ। ਪਹਿਲਾਂ ਗੁਰੂ ਨੇ 50 ਪਿਆਰਿਆਂ ਦੇ ਵਿੱਚ ਸ਼ਬਦ ਨੂੰ ਦ੍ਰਿੜ ਕੀਤਾ, ਟਿਕਾਇਆ, ਤੇ ਫਿਰ ਉਹਨਾਂ 50 ਨੇ ਸਾਨੂੰ ਜੁਗਤੀ ਦਿੱਤੀ। ਜਾਂ ਫਿਰ ਗੁਰਸਿੱਖਾਂ ਦੇ ਵਿੱਚ ਜਦੋਂ ਵਰਤਦਾ ਉਹ ਵੀ ਜੁਗਤੀਆਂ ਸਿੱਖਾਂ ਨੂੰ ਦੇ ਦਿੰਦਾ। ਉਹਨਾਂ ਨੂੰ ਅਸੀਂ ਸੰਤ ਕਹਿ ਦਈਏ, ਮਹਾਤਮਾ ਕਹਿ ਲਈਏ, ਮਹਾਂਪੁਰਖ ਕਹਿ ਲਈਏ, ਗੁਰਸਿੱਖ ਕਹਿ ਲਈਏ, ਗੁਰਮੁਖ ਕਹਿ ਲਈਏ। ਸੋ ਉਹਨਾਂ ਦੇ ਰਾਹੀਂ ਜਿਹੜਾ ਸ਼ਬਦ ਹੈ ਉਹਦੀ ਕਮਾਈ ਦੇ ਬਾਰੇ ਪਤਾ ਲੱਗ ਜਾਂਦਾ ਵੀ ਸ਼ਬਦ ਨੂੰ ਕਮਾਉਣਾ ਕਿਵੇਂ। ਸ਼ਬਦ ਨੂੰ ਕੇਵਲ ਪੜ੍ਹ ਕੇ, ਕੇਵਲ ਸੁਣ ਕੇ ਕਮਾਇਆ ਨਹੀਂ ਜਾਂਦਾ। ਜਿਵੇਂ ਤਜਰਬੇ ਵਾਲੇ ਲੋਕ ਦੱਸਦੇ ਨੇ, ਜਿਵੇਂ ਸ਼ਾਹੂਕਾਰ ਆਪਣੇ ਬੱਚਿਆਂ ਨੂੰ ਦੱਸਦੇ ਨੇ ਵੀ ਇਸ ਤਰ੍ਹਾਂ ਕਮਾਈ ਕਰਨੀ, ਇਸ ਤਰ੍ਹਾਂ ਤੂੰ ਸੰਸਾਰ ਵਿੱਚ ਚੱਲਣਾ। ਜਿਵੇਂ ਕੋਈ ਬਿਜ਼ਨਸ ਕਰਨ ਵਾਲਾ ਬਾਪ ਆਪਣੇ ਪੁੱਤਰ ਨੂੰ ਬਿਜ਼ਨਸ ਦੀਆਂ ਬਰੀਕੀਆਂ ਸਮਝਾ ਦਿੰਦਾ ਵੀ ਜੇ ਤੂੰ ਸਫਲ ਹੋਣਾ ਤੇ ਇਹ ਚੀਜ਼ਾਂ ਦਾ ਤੈਨੂੰ ਧਿਆਨ ਰੱਖਣਾ ਪਏਗਾ, ਤਾਂ ਤੂੰ ਕਮਾਈ ਕਰ ਪਾਏਗਾ। ਤੈਨੂੰ ਦੁਕਾਨਦਾਰੀ ਕਰਨੀ ਆਉਣੀ ਚਾਹੀਦੀ ਹੈ, ਤੈਨੂੰ ਹੱਟ ਜਾਂ ਹੱਟੀ ਤੇ ਬੈਠਣਾ ਆਉਣਾ ਚਾਹੀਦਾ, ਤੈਨੂੰ ਗਾਹਕ ਦੇ ਨਾਲ ਗੱਲਬਾਤ ਕਰਕੇ ਉਹਨੂੰ ਇੰਪ੍ਰੈਸ ਕਰਨਾ ਆਉਣਾ ਚਾਹੀਦਾ। ਜੇ ਤੇਰੀ ਜ਼ੁਬਾਨ ਕੌੜੀ ਹੈ ਤੇ ਤੇਰੇ ਕੋਲ ਕਿਸੇ ਨੇ ਸੌਦਾ ਨਹੀਂ ਲੈਣਾ, ਦੌੜ ਜਾਣਗੇ। ਇਸ ਕਰਕੇ ਢੰਗ ਹੁੰਦਾ ਹੈ, ਕਮਾਈ ਕਰਨ ਦਾ ਢੰਗ ਹੁੰਦਾ ਹੈ। ਇਹ ਬਿਲਕੁਲ ਸਹੀ ਹੈ। ਕੋਈ ਦੁਕਾਨਦਾਰ ਅਸੀਂ ਦੇਖਿਆ, ਉਹ ਬਜ਼ੁਰਗ ਬੈਠਾ ਹੁੰਦਾ ਸੀ, ਗਾਹਕ ਅੱਗੇ ਪੁੱਛਦੇ ਹੁੰਦੇ ਸੀ ਦੁਕਾਨ ਤੇ ਕੌਣ ਹੈ, ਉਹਦਾ ਬੱਚਾ, ਮੁੰਡਾ ਹੈ ਜਾਂ ਬਜ਼ੁਰਗ ਹੈ। ਜੇ ਬਜ਼ੁਰਗ ਹੈ ਕਹਿੰਦੇ ਉਹਦੇ ਕੋਲ ਨਹੀਂ ਜਾਣਾ, ਉਹਨੂੰ ਨਹੀਂ ਬੋਲਣ ਦਾ ਪਤਾ। ਤੇ ਜਿਹਨੂੰ ਬੋਲਣ ਦਾ ਪਤਾ ਲੋਕ ਉਹਦੇ ਕੋਲ ਹੀ ਜਾ ਕੇ ਸੌਦਾ ਲੈਂਦੇ ਹਨ ਜਾਂ ਖਰੀਦਦੇ ਹਨ। ਸੋ ਗੁਰੂ ਨਾਮ ਦਾ ਸੌਦਾ ਸਾਨੂੰ ਦਿੰਦੇ ਹਨ ਤੇ ਸਾਨੂੰ ਕਮਾਈ ਕਰਨ ਦਾ ਢੰਗ ਦੱਸਦੇ ਹਨ ਵੀ ਸ਼ਬਦ ਦੀ ਕਮਾਈ ਕਿਵੇਂ ਕਰਨੀ ਹੈ। ਜੇ ਸ਼ਬਦ ਦੇ ਅੰਦਰ ਸਾਰੀ ਜ਼ਿੰਦਗੀ ਵਸਿਆ ਹੀ ਨਹੀਂ, ਜੇ ਸ਼ਬਦ ਦੇ ਅੰਦਰ ਟਿਕਿਆ ਹੀ ਨਹੀਂ, ਤੇ ਇਹਦਾ ਮਤਲਬ ਹੈ ਸਾਨੂੰ ਸ਼ਬਦ ਦੇ ਬਾਰੇ ਕੋਈ ਗਿਆਨ ਜਾਂ ਕੋਈ ਇਨਫੋਰਮੇਸ਼ਨ ਮਿਲੀ ਨਹੀਂ। ਇਸ ਕਰਕੇ ਅਸੀਂ ਕਮਾਈ ਕਰ ਨਹੀਂ ਪਾਏ। ਤੇ ਜੇ ਕੋਈ ਕਮਾਈ ਨਹੀਂ ਕਰ ਪਾਇਆ ਤੇ ਫਿਰ ਉਹਦਾ ਅੱਗੇ ਸਿਲਸਿਲਾ ਕਿਵੇਂ ਚੱਲੇਗਾ। ਸੋ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ, ਸਭ ਕੁਝ ਹੁੰਦੇ ਹੋਏ ਇਹ ਕੰਮ ਜਿਹੜਾ ਤੈਨੂੰ ਕਰ ਲੈਣਾ ਚਾਹੀਦਾ ਹੈ। ਉਸ ਨਾਮ ਨੂੰ ਗੁਰੂ ਦੀ ਕਿਰਪਾ ਦੇ ਨਾਲ ਅੰਦਰ ਟਿਕਾ ਲੈਣਾ ਚਾਹੀਦਾ ਹੈ। ਤੇ ਫਿਰ ਕੀ ਹੋਏਗਾ, ਤਿਸ ਜਨ ਕੀ ਵਡਿਆਈ ਵੱਡੀ ਹੋਈ। ਉਸ ਦੀ ਵਡਿਆਈ ਬਹੁਤ ਵੱਡੀ ਹੋ ਜਾਏਗੀ। ਜਦੋਂ ਤਿਲਕ ਲਾਇਆ ਸੀ, ਟਿੱਕਾ ਲਾਇਆ ਸੀ ਗੁਰੂਆਂ ਨੇ ਆਪਣੇ ਸੇਵਕਾਂ ਨੂੰ, ਭਾਈ ਲਹਿਣਾ ਜੀ ਨੂੰ, ਬਾਬਾ ਅਮਰਦਾਸ ਜੀ ਨੂੰ, ਤੇ ਫਿਰ ਤਿਸ ਜਨ ਕੀ ਵਡਿਆਈ ਵੱਡੀ ਹੋਈ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਾਰੇ ਆਖਿਆ ਸੀ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਨਿਪੱਤਿਆਂ ਦੀ ਪੱਤ, ਨਿਗੱਤਿਆਂ ਦੀ ਗਤ, ਤਿਸ ਜਨ ਕੀ ਵਡਿਆਈ ਵੱਡੀ ਹੋਈ। ਜਦੋਂ ਗੁਰੂ ਨੇ ਆਪਣੀ ਉਸ ਜੋਤ ਕਮਾਈ ਨੂੰ ਟਿਕਾ ਦਿੱਤਾ, ਜੋਤ ਕਮਾਈ ਨੂੰ ਟਿਕਾ ਦਿੱਤਾ। ਅੱਜ ਦੇ ਯੁੱਗ ਦੇ ਵਿੱਚ ਵੀ ਕੀ ਸੰਸਾਰੀ ਗੁਰੂ ਹਨ, ਉਹ ਵੀ ਜੋਤ ਨੂੰ ਜਾਂ ਸ਼ਬਦ ਨੂੰ ਟਿਕਾਉਣ ਦਾ ਭਰੋਸਾ ਦਿੰਦੇ ਹਨ। ਪਰ ਸਾਧ ਸੰਗਤ ਜੀ, ਕਦੀ ਵੀ ਆਪਣੀ ਖੁਦ ਦੀ ਮਿਹਨਤ ਤੋਂ ਬਗੈਰ ਨਾ ਜੋਤ ਪ੍ਰਗਟ ਹੋਣੀ ਹੈ, ਨਾ ਸ਼ਬਦ ਟਿਕਣਾ। ਡਾਕਟਰ ਆਪਣੇ ਬੱਚੇ ਨੂੰ ਉਦੋਂ ਤੱਕ ਡਾਕਟਰ ਨਹੀਂ ਬਣਾ ਸਕਦਾ ਜਦੋਂ ਤੱਕ ਉਹਦਾ ਬੱਚਾ ਪ੍ਰੈਕਟੀਕਲ ਰੂਪ ਦੇ ਵਿੱਚ ਸਾਰੇ ਗੁਣਾਂ ਨੂੰ ਧਾਰਨ ਨਾ ਕਰੇ। ਉਹਨੂੰ ਪ੍ਰੈਕਟੀਕਲ ਕਰਨੇ ਪੈਣਗੇ, ਉਹਨੂੰ ਸਾਰਾ ਤਜਰਬਾ ਹਾਸਲ ਕਰਨਾ ਪਏਗਾ। ਇਸ ਕਰਕੇ ਜਿਸਨੇ ਵੀ
जिसने भी गुरु पातशाह तक पहुँचना है, गुरु नूं जानना है, गुरु नूं पहचानना, ਉਹਨੂੰ ਗੁਰੂ ਦੀ ਉਸ ਸ਼ਬਦ ਦੀ ਜੋਤ ਨੂੰ ਆਪਣੇ ਹਿਰਦੇ ਵਿੱਚੋਂ ਸ਼ਬਦ ਰਾਹੀਂ ਪ੍ਰਗਟ ਕਰਨਾ ਪਏਗਾ। ਜੁਗਤੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰੀਆਂ ਹਨ। ਜੇ ਕੋਈ ਉਸ ਨੂੰ ਲੈਣੀ ਚਾਹੁੰਦਾ ਤੇ ਲੈ ਲਵੇ, ਜੇ ਕੋਈ ਪੁੱਛਣਾ ਚਾਹੁੰਦਾ ਤੇ ਪੁੱਛ ਲਵੇ। ਵੈਸੇ ਇਸ ਜੁਗਤੀ ਨੂੰ ਲੈਣ ਵਾਲੇ ਮਹਾਰਾਜ ਜੀ ਕਹਿੰਦੇ ਜਗ ਮੇਂ ਉਤਮ ਕਾਢੀਐ ਵਿਰਲੇ ਕਈ ਕੇ। ਦੁਨੀਆ ਦੇ ਵਿੱਚ ਹਰ ਬੰਦਾ ਜਿਹੜਾ ਹੈ, ਮਹਾਰਾਜ ਜੀ ਕਹਿੰਦੇ ਹਰ ਬੰਦਾ, ਚਾਹੇ ਮੈਂ ਚਾਹੇ ਤੁਸੀਂ ਹੋ, ਕੋਈ ਕਹਿੰਦਾ ਨਹੀਂ ਭਈ ਮੈਂ ਸਿਆਣਾ ਨਹੀਂ, ਕੋਈ ਵੀ ਨਹੀਂ ਕਹਿੰਦਾ ਮੈਂ ਸਿਆਣਾ ਨਹੀਂ। ਇਸ ਕਰਕੇ ਜਦੋਂ ਕੋਈ ਕਹੇਗਾ ਵੀ ਮੈਂ ਸਿਆਣਾ, ਮੈਂ ਗਿਆਨੀ, ਉਦੋਂ ਤੱਕ ਉਹ ਦੂਸਰੇ ਕੋਲੋਂ ਕੋਈ ਗਿਆਨ ਦੀ ਚੀਜ਼ ਵਸਤੂ ਪ੍ਰਾਪਤ ਨਹੀਂ ਕਰ ਸਕਦਾ। ਜਦੋਂ ਕੋਈ ਕਹੇਗਾ ਮੈਂ ਅਣਜਾਣ ਆ, ਮੈਨੂੰ ਪਤਾ ਨਹੀਂ, ਉਹੀ ਰਾਹ ਪੁੱਛਦਾ। ਧਿਆਨ ਦੇਣਾ, ਰਾਹ ਉਹੀ ਪੁੱਛਦਾ ਜਿਸ ਨੂੰ ਰਾਹ ਦਾ ਪਤਾ ਨਹੀਂ ਹੁੰਦਾ। ਉਹ ਛੋਟੇ ਬੱਚੇ ਕੋਲੋਂ ਵੀ ਪੁੱਛ ਲੈਂਦਾ। ਤੇ ਜੇ ਕੋਈ ਇੰਝ ਮੰਨ ਕੇ ਬੈਠਾ ਹੋਵੇ ਮੈਨੂੰ ਰਾਹ ਦਾ ਪਤਾ, ਮੈਂ ਸਭ ਕੁਝ ਜਾਣਦਾ, ਗਿਆਨ ਸਿੱਖ ਨੂੰ ਸਾਰੀ ਜ਼ਿੰਦਗੀ ਮਿਲਦਾ ਰਹੇਗਾ, ਮਿਲਦਾ ਰਹਿੰਦਾ। ਕੋਈ ਵੀ ਗਿਆਨ ਵਿੱਚ ਪੂਰਾ ਨਹੀਂ ਹੋ ਸਕਦਾ ਸਤਿਗੁਰੂ ਤੋਂ ਬਗੈਰ, ਕੋਈ ਵਿਦਵਾਨ, ਕੋਈ ਗਿਆਨੀ। ਇਸ ਕਰਕੇ ਗਿਆਨ ਸਾਰੀ ਜ਼ਿੰਦਗੀ ਲੈਣਾ ਸਿੱਖ ਦਾ ਫਰਜ਼ ਹੈ। ਸਿੱਖ ਦਾ ਜਿਹੜਾ ਪਰਿਭਾਸ਼ਾ ਹੀ ਸਿੱਖ ਦੀ ਵੀ ਸਿੱਖ ਜਿਹੜਾ ਸਿੱਖਣਾ ਚਾਹੁੰਦਾ, ਸਿੱਖੀ ਸਿੱਖਿਓ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਇਸ ਕਰਕੇ ਗੁਣ ਨੂੰ ਸਿੱਖਣਾ, ਗੁਣ ਨੂੰ ਮੰਨਣਾ, ਅਪਣਾਉਣਾ, ਇਹਦੇ ਤੋਂ ਬਾਅਦ ਹੀ ਸਤਸੰਗ ਦੀ ਕਮਾਈ ਸ਼ੁਰੂ ਹੋਏਗੀ। ਸੋ ਇਸ ਕਰਕੇ ਸਾਨੂੰ ਗੁਣ ਨੂੰ ਜਿਹੜਾ ਹੈ ਦੁਨੀਆ ਦੀ ਹਰ ਚੀਜ਼ ਦੇ ਵਿੱਚੋਂ ਪ੍ਰਾਪਤ ਕਰ ਲੈਣਾ ਚਾਹੀਦਾ। ਔਰ ਆਪਣੇ ਆਪ ਨੂੰ ਕਦੀ ਵੀ ਇਸ ਤਰ੍ਹਾਂ ਨਹੀਂ ਸਮਝਣਾ ਚਾਹੀਦਾ ਮੈਨੂੰ ਪਤਾ, ਮੈਨੂੰ ਪਤਾ, ਮੈਨੂੰ ਪਤਾ। ਇਹ ਲਫ਼ਜ਼ ਬਹੁਤ ਖਰਾਬ ਹੈ, ਮੈਨੂੰ ਪਤਾ। ਬਾਣੀ ਵਿੱਚ ਲਿਖਿਆ ਵੀ ਇਸ ਤਰ੍ਹਾਂ ਨਹੀਂ ਕਹਿਣਾ ਮੈਨੂੰ ਪਤਾ। ਤੂੰ ਇਹ ਕਹਿਣਾ ਮੈਨੂੰ ਕੁਛ ਨਹੀਂ ਪਤਾ, ਮੈਨੂੰ ਕੁਝ ਵੀ ਨਹੀਂ ਪਤਾ। ਵਿਦਵਾਨ ਲੋਕ ਜਿਹੜੇ ਹੁੰਦੇ ਆ ਨਾ, ਬਹੁਤ ਸਿਆਣੇ, ਉਹ ਹਮੇਸ਼ਾ ਦੂਸਰੇ ਕੋਲੋਂ ਕਹਿੰਦੇ ਨੇ ਤੂੰ ਸੁਣਾ। ਉਹ ਕੋਈ ਨਾ ਕੋਈ ਗੁਣ ਪ੍ਰਾਪਤ ਕਰਦੇ ਹਨ। ਤੇ ਜਿਹੜੇ ਹੁੰਦੇ ਨੇ ਖਾਲੀ ਕਹੋ ਕਬੀਰ ਸ਼ੂਸ਼ਾ ਘੱਟ ਬੋਲੇ, ਉਹ ਦੂਸਰੇ ਨੂੰ ਬੋਲਣ ਹੀ ਨਹੀਂ ਦਿੰਦੇ। ਉਹਦਾ ਪਤਾ ਲੱਗ ਜਾਂਦਾ ਵੀ ਇਹ ਸੱਖਣ ਹੈ। ਜਿਹੜਾ ਭਰਿਆ ਹੋਇਆ ਉਹ ਖਾਮੋਸ਼ ਹੋ ਕੇ ਬੜੇ ਸਹਿਜ ਦੇ ਨਾਲ ਗੱਲ ਨੂੰ ਸੁਣੇਗਾ, ਕੈਚ ਕਰੇਗਾ। ਤੇ ਜਿਹੜਾ ਖਾਲੀ ਹੈ ਉਹ ਬਾਣੀ ਕਹਿੰਦੀ ਉਹ ਵੀ ਉਹ ਟੱਪਦਾ, ਉਛਲਦਾ, ਛਲਕਦਾ। ਸੋ ਇਸ ਕਰਕੇ ਜੇ ਅੰਦਰ ਸ਼ਬਦ ਨੂੰ ਮਹਾਰਾਜ ਜੀ ਕਹਿੰਦੇ ਟਿਕਾਉਣਾ ਤੇ ਫਿਰ ਗੁਰੂ ਦੀ ਵਡਿਆਈ ਇਹ ਪ੍ਰਾਪਤ ਕਰ, ਤੇ ਤੇਰੀ ਵੀ ਵਡਿਆਈ ਬਹੁਤ ਜ਼ਿਆਦਾ ਹੋਏਗੀ। ਤਿਸ ਜਨ ਕੀ ਵਡਿਆਈ ਵੱਡੀ ਹੋਈ, ਇੱਥੋਂ ਤੱਕ ਹੋ ਜਾਏਗਾ ਤਿਸ ਕੋ ਜਗਤ ਨਿਵਿਆ, ਸਭ ਪੈਰੀ ਪਿਆ, ਜਸ ਵਰਤਿਆ ਲੋਈ। ਉਸ ਦੇ ਅੱਗੇ ਸਾਰਾ ਸੰਸਾਰ ਜਿਹੜਾ ਝੁਕ ਜਾਏਗਾ। ਸਾਰੇ ਸੰਸਾਰ ਨੂੰ ਝੁਕਾਉਣ ਦਾ ਮਤਲਬ ਕੀ ਹੈ? ਉਹਦੀ ਕਹੀ ਹੋਈ ਗੱਲ ਜਿਹੜੀ ਹੈ ਅਸਰ ਕਰੇਗੀ। ਸੰਸਾਰ ਥੋੜ੍ਹਾ ਝੁਕਦਾ ਵੀ ਸਾਰੇ ਆ ਕੇ ਸਾਡੇ ਕਦਮਾਂ 'ਤੇ ਮੱਥੇ ਟੇਕ ਕੇ ਜਾਣ। ਇੱਦਾਂ ਕੌਣ? ਇੱਦਾਂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕਦਮਾਂ 'ਤੇ ਵੀ ਕਿਸੇ ਨੇ, ਸਾਰਿਆਂ ਨੇ ਮੱਥੇ ਨਹੀਂ ਟੇਕੇ। ਮਤਲਬ ਜਿਹੜਾ ਬੰਦਾ ਉਹਦੇ ਨਾਲ ਸਹਿਮਤ ਨਹੀਂ, ਅੰਦਰੋਂ ਮੰਨਦਾ ਵੀ ਇਹਦੇ ਵਿੱਚ ਇਹ ਯੋਗਤਾ ਹੈ। ਜਿਹੜਾ ਬੰਦਾ ਵਿਰੋਧੀ ਨਾਲ ਜਾਂ ਸਾਹਮਣੇ ਵਾਲੇ ਨਾਲ ਸਹਿਮਤ ਨਹੀਂ ਪਰ ਅੰਦਰੋਂ ਮੰਨਦਾ ਵੀ ਇਹ ਬੰਦਾ ਯੋਗ ਹੈ, ਇਹਦੇ ਵਿੱਚ ਕੁਆਲਿਟੀਜ਼ ਨੇ, ਇਹਦੇ ਵਿੱਚ ਕੋਈ ਨੁਕਤੇ ਹਨ। ਬਾਬੇ ਨਾਨਕ ਦੀ ਵਿਰੋਧਤਾ ਭਾਵੇਂ ਸਿੱਧ ਯੋਗੀ ਕਰਦੇ ਨੇ, ਪਰ ਅੰਦਰੋਂ ਮੰਨ ਚੁੱਕੇ ਨੇ ਵੀ ਇਹ ਬਾਬਾ ਬਹੁਤ ਵੱਡੀ ਤਾਕਤ ਲੈ ਕੇ ਘੁੰਮਦਾ ਪਿਆ। ਉਹਨਾਂ ਨੂੰ ਪਤਾ ਹੈ ਬਹੁਤ ਵੱਡੀ ਤਾਕਤ ਲੈ ਕੇ ਘੁੰਮਦਾ ਪਿਆ। ਇਹ ਬਾਬਾ ਸਮਰੱਥ ਹੈ, ਇਹ ਬਾਬਾ ਵੱਡਾ ਹੈ। ਤੇ ਫਿਰ ਭਾਈ ਸਾਹਿਬ ਨੇ ਲਿਖਿਆ, ਕਹਿੰਦੇ ਉਹਨਾਂ ਨੂੰ ਕਹਿਣਾ ਪਿਆ ਸੀ ਕਿ ਸਿੱਧ ਬੋਲੇ ਸ਼ੁਭ ਬਚਨ, ਧਨ ਨਾਨਕ ਤੇਰੀ ਵੱਡੀ ਕਮਾਈ। ਇਹ ਜਿਹੜਾ ਨਾ ਕਈ ਵਾਰ ਬੰਦਾ ਨਾ ਇਜ਼ਹਾਰ ਨਹੀਂ ਕਰ ਪਾਉਂਦਾ,
ਸੰਗਦਾ ਥੋੜ੍ਹਾ ਵੀ ਮੈਂ ਹੁਣ ਕਰਾਂ, ਪਰ ਕਰ ਦੇਣਾ ਚਾਹੀਦਾ। ਜੇ ਕਿਸੇ ਦੇ ਵਿੱਚ ਗੁਣ ਹੈ ਨਾ, ਉਹਨੂੰ ਸਲਾਹ ਦੇਣਾ ਚਾਹੀਦਾ, ਜਾਂ ਉਹਨੂੰ ਐਪਰੀਸ਼ੀਏਟ ਕਰ ਦੇਣਾ ਚਾਹੀਦਾ, ਸੰਗਣਾ ਨਹੀਂ ਚਾਹੀਦਾ। ਫਿਰ ਕੀ ਹੈ, ਜੇ ਕਿਸੇ ਦੇ ਵਿੱਚ ਗੁਣ ਹੈ, ਨਿਆਣੇ ਵਿੱਚ ਗੁਣ ਹੈ, ਉਹਨੂੰ ਸ਼ਾਬਾਸ਼ ਦਿਓ, ਉਹ ਅੱਗੇ ਹੋਰ ਵੱਧ ਕੇ ਕੰਮ ਕਰੇਗਾ, ਵਧੀਆ ਕਰੇਗਾ। ਤੇ ਜੇ ਉਹਨੂੰ ਤੁਸੀਂ ਸ਼ਾਬਾਸ਼ ਦੇਣ ਦੀ ਬਜਾਏ ਉਹਨੂੰ ਤੁਸੀਂ ਫਟਕਾਰ ਦਿੱਤਾ, ਉਹਦਾ ਮਨ ਬੜਾ ਖਰਾਬ ਹੋਏਗਾ। ਇਸ ਕਰਕੇ ਗੁਣ ਦੀ ਕਦਰ ਕਰਨੀ ਚਾਹੀਦੀ ਹੈ, ਨਹੀਂ ਤੇ ਰੱਬ ਨਾਰਾਜ਼ ਹੋ ਜਾਂਦਾ। ਗੁਣ ਦੀ ਕਦਰ ਕਰਨੀ ਚਾਹੀਦੀ ਹੈ, ਨਹੀਂ ਤੇ ਪਰਮਾਤਮਾ ਜਿਹੜਾ ਬਖਸ਼ਿਸ਼ ਹਟਾ ਦਿੰਦਾ। ਕਿਉਂਕਿ ਰੱਬ ਨੇ ਜਿੰਨੀਆਂ ਚੀਜ਼ਾਂ ਸੋਹਣੀਆਂ ਬਣਾਈਆਂ ਨੇ, ਰੱਬ ਕਹਿੰਦਾ ਇਹਦੀ ਕਦਰ ਕਰੋ। ਜੇ ਨੇਕ ਬੰਦਾ, ਕੋਈ ਨੇਕ ਇਨਸਾਨ, ਉਹਦੀ ਕਦਰ ਕਰੋ। ਜੇ ਕੋਈ ਚੰਗੀਆਂ ਚੀਜ਼ਾਂ ਨੇ ਸੰਸਾਰ ਦੇ ਵਿੱਚ ਜੀਵਨ ਦਾਨ ਦੇਣ ਵਾਲੀਆਂ, ਉਹਦੀ ਕਦਰ ਕਰੋ। ਜੇ ਹਵਾ ਸਾਨੂੰ ਜੀਵਨ ਦਿੰਦੀ ਹੈ, ਆਕਸੀਜਨ ਦੇਖੋ ਅੱਜ ਕੱਲ੍ਹ ਕਿੰਨੀ ਮਹਿੰਗੀ ਵਿਕਦੀ ਹੈ, ਤੇ ਤੁਸੀਂ 24 ਘੰਟੇ ਦੀ ਸਾਹ ਜਿਹੜੇ ਲੈਂਦੇ ਨੇ, ਉਹਦੀ ਕੈਲਕੂਲੇਸ਼ਨ ਕਰਿਓ। ਆਕਸੀਜਨ ਕਿੰਨੇ ਹਜ਼ਾਰਾਂ ਲੱਖਾਂ ਰੁਪਇਆਂ ਦੀ ਰੋਜ਼ ਖਿੱਚ ਜਾਂਦੇ ਹਾਂ ਅੰਦਰ, ਤੇ ਉਹ ਸਾਨੂੰ ਕੀ ਮਿਲਦੀ ਹੈ? ਫ੍ਰੀ ਮਿਲਦੀ ਹੈ। ਇਸ ਕਰਕੇ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਹੀ ਅਸੀਂ ਸ਼ੁਕਰਾਨਾ ਕਰ ਸਕਦੇ। ਇਸ ਕਰਕੇ ਕੋਈ ਵੀ ਗੁਣ ਹੋਵੇ, ਕਿਸੇ ਕੋਲ ਹੋਵੇ, ਉਹਦੀ ਵਡਿਆਈ ਕਰਨੀ ਬਣਦੀ ਹੈ। ਇਹਨੂੰ ਵਡਿਆਈ ਨੂੰ ਕੁਝ ਹੋਰ ਨਾ ਮਤ ਦੇ ਦੇਣਾ। ਕੋਈ ਕਿਸੇ ਦੀ ਵਡਿਆਈ ਕਰੇ, ਕੋਈ ਇੰਝ ਨਾ ਦੇ ਦੇਣਾ ਵੀ ਇਹ ਕੋਈ ਹੋਰ ਕੰਮ ਹੈ, ਨਹੀਂ। ਜੇ ਗਰਾਊਂਡ ਲੈਵਲ 'ਤੇ ਕੋਈ ਕੰਮ ਨਾ ਹੋਵੇ, ਫਿਰ ਆਖਿਆ ਜਾਵੇ, ਫਿਰ ਤੇ ਗਲਤ ਹੈ। ਜੇ ਕੋਈ ਚੀਜ਼ ਦਿਸ ਰਹੀ ਹੋਵੇ, ਕਿਸੇ ਦੇ ਵਿੱਚ ਗੁਣ ਦਿਸ ਰਿਹਾ ਹੋਵੇ, ਕੋਈ ਕਿਸੇ ਫੀਲਡ ਦੇ ਵਿੱਚ ਮੱਲਾ ਮਾਰਿਆ ਹੋਵੇ, ਗਰਾਊਂਡ 'ਤੇ ਦਿਸਦਾ ਹੋਵੇ, ਪ੍ਰਾਪਤੀ ਦਿਸਦੀ ਹੋਵੇ, ਤੇ ਫਿਰ ਉਸ ਨੂੰ ਨਾ ਵਡਿਆਉਣਾ ਜਿਹੜੀ ਹੈ ਬੇਇਨਸਾਫੀ ਹੈ। ਇਹ ਕੁਦਰਤ ਮਾਫ ਨਹੀਂ ਕਰਦੀ। ਗੁਰੂ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਤਿਲਕ ਲਾ ਕੇ ਗੁਰਗੱਦੀ 'ਤੇ ਬਿਠਾ ਕੇ ਕਹਿ ਦਿੱਤਾ ਸੀ, ਇਹਨਾਂ ਦਾ ਸਤਿਕਾਰ ਕਰਨਾ। ਇਹ ਹੁਣ ਸੇਵਾ ਦੇ ਵਿੱਚ ਹਨ। ਭਾਈ ਲਹਿਣਾ ਹੁਣ ਪੂਰਨ ਸੇਵਾ ਦੇ ਵਿੱਚ ਹੈ। ਜਦੋਂ ਨਹੀਂ ਸੀ ਉਦੋਂ ਨਹੀਂ ਸੀ, ਜਦੋਂ ਪ੍ਰੈਜ਼ੈਂਟ ਹਨ ਉਦੋਂ ਸਾਡੇ ਉਹ ਗੁਰੂ ਹਨ, ਸਾਡੇ ਵੱਡੇ ਹਨ, ਸਾਡੇ ਸਤਿਕਾਰਯੋਗ ਹਨ। ਇਹਨਾਂ ਦੀ ਗੱਲ ਮੰਨਣੀ ਹੈ, ਇਹਨਾਂ ਦੀ ਸੇਵਾ ਕਰਨੀ ਹੈ, ਇਹਨਾਂ ਦਾ ਸਤਿਕਾਰ ਕਰਨਾ ਹੈ। ਉਹ ਵੱਖਰੀ ਗੱਲ ਹੈ ਜਿਹਨਾਂ ਦੀ ਮੱਤ ਪੁੱਠੀ ਸੀ ਤੇ ਉਹਨਾਂ ਨੇ ਨਹੀਂ ਕੀਤੀ, ਬਾਬਾ ਅਮਰਦਾਸ ਜੀ ਦੀ ਨਹੀਂ ਕੀਤੀ। ਸੋ ਪਰ ਇੱਕ ਦਿਨ ਆਇਆ, ਉਹਨਾਂ ਨੂੰ ਵੀ ਜਨਾ ਦਿੱਤਾ ਮਹਾਰਾਜ ਜੀ ਨੇ। ਸੋ ਇਸ ਕਰਕੇ ਗੁਰੂ ਪਾਤਸ਼ਾਹ ਦੀ ਬੜੀ ਪਿਆਰੀ ਪੰਕਤੀ ਚੱਲ ਰਹੀ ਹੈ, ਤਿਸ ਜਨ ਕੀ ਵਡਿਆਈ ਵੱਡੀ ਹੋਈ। ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਭਾਵੇਂ ਕੋਈ ਨਾ ਕੁਛ ਕਹੇ, ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਉਸ ਦੀ ਵਡਿਆਈ ਸਦਾ ਹੀ ਰਹਿੰਦੀ ਹੈ, ਸਦਾ ਹੀ ਰਹਿੰਦੀ ਹੈ। ਕੋਈ ਛੋਟਾ ਜਿਹਾ ਬੱਚਾ ਹੈ, ਕੋਈ ਉਹਨੂੰ ਮੁਹੱਲੇ ਵਿੱਚ ਜਾਣੇ ਨਾ ਜਾਣੇ, ਪਰ ਆਪਣੀਆਂ ਉਹ ਮਾਂ ਦੀਆਂ ਅੱਖਾਂ ਦਾ ਤਾਰਾ ਤੇ ਹੈ ਹੀ ਹੈ ਨਾ। ਕੋਈ ਕਿਸੇ ਘਰ ਪੁੱਤਰ ਜੰਮਿਆ, ਸਾਰੇ ਪਿੰਡ ਨੂੰ ਨਹੀਂ ਪਤਾ ਵੀ ਇਹਦੇ ਘਰ ਪੁੱਤ ਜੰਮਿਆ। ਕਿਸੇ ਦੇ 10 ਸਾਲ ਬਾਅਦ, 5 ਸਾਲ, 20 ਸਾਲ ਬਾਅਦ ਪੁੱਤ ਜੰਮਿਆ ਹੋਵੇ, ਉਹਨਾਂ ਦਾ ਤੇ ਉਹ ਜੈਲਦਾਰ ਤੇ ਸੂਬੇਦਾਰ ਹੀ ਹੈ, ਉਹਨਾਂ ਦੀਆਂ ਅੱਖਾਂ ਦਾ ਤਾਰਾ ਹੈ। ਇਸੇ ਤਰ੍ਹਾਂ ਜਿਹੜਾ ਰੱਬ ਦਾ ਪਿਆਰਾ ਭਗਤ ਹੈ, ਕੋਈ ਗੱਲ ਨਹੀਂ, ਦੁਨੀਆ ਉਸਨੂੰ ਅੱਛਾ ਚੰਗਾ ਆਖੇ ਜਾਂ ਨਾ ਆਖੇ, ਉਹ ਬਾਬੇ ਨਾਨਕ ਦਾ ਪੁੱਤ ਤੇ ਹੈ ਨਾ। ਉਹਨੂੰ ਬਾਬੇ ਨਾਨਕ ਦੇ ਨਾਲ ਗੱਲ ਕਰਨ ਦਾ ਤੇ ਮੌਕਾ ਮਿਲਦਾ ਹੈ ਨਾ। ਉਹ ਗੁਰੂ ਨਾਨਕ ਮਹਾਰਾਜ ਜੀ ਦੇ ਸਨਮੁਖ ਤੇ ਹੁੰਦਾ ਹੀ ਹੈ ਨਾ। ਤੇ ਉਹ ਗੁਰੂ ਨਾਨਕ ਦੀ ਫਿਰ ਬਖਸ਼ਿਸ਼ ਵੀ ਬਾਪੂ ਦੀ ਪੂਰੀ ਲੈ ਕੇ ਜਾਂਦਾ। ਸੋ ਬੜੀਆਂ ਪਿਆਰੀਆਂ ਪੰਕਤੀਆਂ ਅੱਗੇ ਤੇ ਹੱਦ ਮੁਕਾਤੀ ਮਹਾਰਾਜ ਜੀ ਕਹਿੰਦੇ, ਤਿਸ ਕੋ ਖੰਡ ਬ੍ਰਹਿਮੰਡ ਨਮਸਕਾਰ ਕਰੇ। ਜਿਹੜਾ ਜਨ ਹੈ, ਤਿਸ ਜਨ ਕੀ ਵਡਿਆਈ ਵੱਡੀ ਹੋਈ। ਜਨ ਨੂੰ ਕਹਿੰਦੇ ਨੇ ਤਿਸ ਕੋ ਖੰਡ ਬ੍ਰਹਿਮੰਡ ਨਮਸਕਾਰ ਕਰੇ, ਜਿਸ ਕੇ ਮਸਤਕ ਹੱਥ ਧਰਿਆ ਗੁਰ। ਪੂਰੇ ਸੋ ਪੂਰਾ ਹੋਏ, ਜਿਹਦੇ ਸਮਰੱਥ ਗੁਰੂ ਸਿਰ ਹੱਥ ਧਰਿਓ। ਜਿਸ ਦੇ ਸਿਰ ਤੇ ਗੁਰੂ ਨੇ ਹੱਥ ਧਰਿਆ ਹੈ ਨਾ, ਮਹਾਰਾਜ ਜੀ ਕਹਿੰਦੇ ਉਹਦੀ ਵਡਿਆਈ ਤੇ ਖੰਡਾਂ ਬ੍ਰਹਿਮੰਡਾਂ ਵਿੱਚ ਹੈ। ਲੋਕ ਪਰਲੋਕ ਵਿੱਚ ਵਾਜੇ ਵੱਜਦੇ ਨੇ, ਤਿਤ ਘਰ ਆਨੰਦ ਵਾਜੇ।
ਵਾਜੇ ਸ਼ਬਦ ਕਨੇਰੇ ਪੜ੍ਹਦੇ ਨਾ, ਹੁਣ ਪੜ੍ਹਨਾ ਹੈ ਨਾ, ਇਹ ਵਾਜੇ ਜਿਹੜੇ ਉੱਥੇ ਵੱਜਦੇ ਨੇ, ਦਰਗਾਹ ਦੇ ਵਿੱਚ ਵੱਜਦੇ ਨੇ। ਜੇ ਕੋਈ ਦਰਗਾਹ ਹੈਗੀ ਹੈ ਤੇ ਫਿਰ ਜਿਹੜੇ ਸੱਚ ਦੇ ਪੁਜਾਰੀ ਨੇ ਉਹਨਾਂ ਦੀ ਜੈ ਜੈਕਾਰ ਦੇ ਵਿੱਚ ਵਾਜੇ ਵੱਜਦੇ ਨੇ। ਜਿਵੇਂ ਅਸੀਂ ਵਾਜੇ ਘਰ ਵਜਾਉਂਦੇ ਆ ਨਾ ਖੁਸ਼ੀ ਸਮੇਂ, ਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦੀ ਆਮਦ, ਉਹਨਾਂ ਦੀ ਖੁਸ਼ੀ, ਉਹਨਾਂ ਦੇ ਸਤਿਕਾਰ ਵਿੱਚ ਵੀ ਵਾਜੇ ਵੱਜਦੇ ਨੇ। ਭਾਵੇਂ ਉਹ ਬਾਹਰਲੇ ਇੰਸਟਰੂਮੈਂਟ ਨਾ ਹੋਣ, ਉਹ ਹੋਰ ਤਰੰਗਾ ਹਨ, ਮਤਲਬ ਖੁਸ਼ੀ ਦਾ ਇਜ਼ਹਾਰ ਕੀਤਾ ਜਾਂਦਾ ਹੈ, ਐਪਰੀਸ਼ੀਏਟ ਕੀਤਾ ਜਾਂਦਾ ਹੈ। ਆਓ ਬੈਠ ਆਦਰ ਸ਼ਬਦ ਉਹ ਰੋਜ਼ ਪੜ੍ਹਦੇ ਹਾਂ, ਉਹਨੂੰ ਸਤਿਕਾਰ ਦਿੱਤਾ ਜਾਂਦਾ ਹੈ। ਸੋ ਉਹਦੀ ਵਡਿਆਈ ਕੇਵਲ ਇੱਕ ਇਸ ਜੱਗ ਵਿੱਚ ਨਹੀਂ। ਮਹਾਰਾਜ ਜੀ ਕਹਿੰਦੇ ਖੰਡ ਬ੍ਰਹਿਮੰਡ ਨਮਸਕਾਰ ਕਰੇ, ਜਿਸ ਕੇ ਮਸਤਕ ਹੱਥ ਧਰਿਆ, ਗੁਰ ਪੂਰੇ ਸੁਪੂਰਾ ਹੋਈ। ਗੁਰ ਕੀ ਵਡਿਆਈ ਨਿਤ ਚੜ੍ਹੇ ਸਵਾਈ। ਮਹਾਰਾਜ ਜੀ ਕਹਿੰਦੇ ਗੁਰੂ ਦੀ ਦਿੱਤੀ ਵਡਿਆਈ ਜਾਂ ਗੁਰੂ ਦੀ ਵਡਿਆਈ ਦਿਨੋਂ ਦਿਨ ਵੱਧਦੀ ਹੈ, ਦਿਨੋਂ ਦਿਨ ਵੱਧਦੀ ਹੈ। ਜਿਵੇਂ ਅਸੀਂ, ਮੈਂ ਪਹਿਲਾਂ ਸ਼ੁਰੂ 'ਚ ਬੇਨਤੀ ਕੀਤੀ ਸੀ ਕਮਾਈ, ਜਿਵੇਂ ਅਸੀਂ ਕਮਾਈ ਕਰਕੇ ਬੈਂਕ ਵਿੱਚ ਰੱਖਦੇ ਹਾਂ, ਉਹ ਸਾਡੀ ਜਿਹੜੀ ਹੈ 5-4 ਸਾਲ ਬਾਅਦ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਡਿਊਟੀ ਵੀ ਹੋ ਜਾਂਦੀ ਹੈ। ਸੋ ਮਹਾਰਾਜ ਜੀ ਕਹਿੰਦੇ ਜਿਸ ਤੇ ਗੁਰੂ ਦੀ ਬਖਸ਼ਿਸ਼ ਹੈ, ਗੁਰ ਕੀ ਵਡਿਆਈ ਨਿਤ ਚੜ੍ਹੇ ਸਵਾਈ, ਆਪਣ ਕੋ ਨਾ ਸਕੋਈ। ਉਹਦੀ ਕੋਈ ਬਰਾਬਰੀ ਨਹੀਂ ਕਰ ਸਕਦਾ, ਉਹਦੇ ਬਰਾਬਰ ਨਹੀਂ ਕੋਈ ਆ ਸਕਦਾ ਜਿਸ ਨੂੰ ਗੁਰੂ ਨੇ ਵਡਿਆਈ ਦਿੱਤੀ ਹੋਵੇ। ਜਨ ਨਾਨਕ ਹਰ ਕਰਤੇ ਆਪ ਬਹਿ ਟਿਕਿਆ, ਆਪੇ ਪੈਜ ਰੱਖੇ ਪ੍ਰਭ ਸੋਈ। ਜਿਸ ਦੇ ਹਿਰਦੇ ਵਿੱਚ ਮਾਲਕ ਵਸਿਆ ਹੋਇਆ, ਪਾਤਸ਼ਾਹ ਜੀ ਕਹਿੰਦੇ ਉਸ ਦੀ ਪੈਜ ਆਪ ਮਾਲਕ ਰੱਖਦਾ, ਉਸ ਨੂੰ ਆਪ ਮਾਣ ਬਖਸ਼ਦਾ, ਉਸ ਦੀ ਲਾਜ ਹਮੇਸ਼ਾ ਹੀ ਰਹਿੰਦੀ ਹੈ। ਪੌੜੀ ਕਾਇਆ ਕੋਟ ਅਪਾਰ ਹੈ, ਅੰਦਰ ਹਟ ਲਾਲੇ। ਮਹਾਰਾਜ ਜੀ ਕਹਿੰਦੇ ਤੇਰਾ ਜਿਹੜਾ ਸਰੀਰ ਹੈ ਜਿਵੇਂ ਇੱਕ ਸੁੰਦਰ ਕਿਲਾ ਹੋਵੇ, ਸੁੰਦਰ ਕਿਲਾ ਹੋਵੇ ਤੇ ਉਹਦੇ ਵਿੱਚ ਬਹੁਤ ਸੋਹਣੀਆਂ ਚੀਜ਼ਾਂ, ਫੁੱਲ ਬੂਟੇ, ਕਿਆਰੀਆਂ, ਬੜੀਆਂ ਚੀਜ਼ਾਂ ਬਣੀਆਂ ਹੋਣ। ਮਹਾਰਾਜ ਜੀ ਕਹਿੰਦੇ ਤੇਰੀ ਕਾਇਆ ਜਿਹੜੀ ਹੈ ਉਹ ਵੀ ਇੱਕ ਨਾ ਕਿਲੇ ਦੀ ਤਰ੍ਹਾਂ ਹੈ, ਸੋਹਣੇ। ਹਟ ਨਾਲੇ ਦਾ ਮਤਲਬ ਹੁੰਦਾ ਬਾਜ਼ਾਰ, ਬਾਜ਼ਾਰ ਵਿੱਚ ਬੜੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਮਿਲਦੀਆਂ ਹਨ। ਤੇਰੀ ਕਾਇਆ ਇੱਕ ਸੁੰਦਰ ਕਿਲੇ ਦੇ ਵਾਂਗ ਹੈ। ਇਹਦੇ ਵਿੱਚ ਜਿਹੜੇ ਗਿਆਨ ਇੰਦਰੇ ਨੇ, ਇਹਦੇ ਵਿੱਚ ਜਿਹੜਾ ਸੱਚ ਦਾ ਸੌਦਾ ਹੈ, ਇਹਦੇ ਵਿੱਚ ਜਿਹੜਾ ਪ੍ਰੇਮ ਹੈ, ਇਹਦੇ ਵਿੱਚ ਜਿਹੜੀ ਪ੍ਰਮਾਤਮਾ ਪ੍ਰਤੀ ਖਿੱਚ ਹੈ, ਸੇਵਾ ਹੈ, ਪੁੰਨ ਹੈ, ਦਾਨ ਹੈ, ਪ੍ਰਮਾਤਮਾ ਨੂੰ ਸਮਝਣ ਦੀ, ਜਾਣਨ ਦੀ ਭਾਵਨਾ ਹੈ। ਪਾਤਸ਼ਾਹ ਜੀ ਕਹਿੰਦੇ ਇਹ ਤੇਰੇ ਅੰਦਰ ਇੱਕ ਬਹੁਤ ਵੱਡਾ ਸੌਦਾ ਪਿਆ, ਬਹੁਤ ਪਿਆਰਾ ਸੌਦਾ ਅੰਦਰ ਹੈ। ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ। ਜੋ ਮਨੁੱਖ ਸਤਿਗੁਰ ਦੇ ਸਨਮੁਖ ਹੋ ਕੇ ਇਹ ਸੌਦਾ ਕਰਦੇ ਹਨ, ਇਸ ਸੌਦੇ ਬਾਰੇ ਪੁੱਛਦੇ ਹਨ, ਤੇ ਪਾਤਸ਼ਾਹ ਜੀ ਕਹਿੰਦੇ ਉਹ ਇਸ ਸੌਦੇ ਦੀ ਮਹੱਤਤਾ ਨੂੰ ਜਾਣ ਕੇ ਇਸ ਸੌਦੇ ਨੂੰ ਸਾਂਭ ਕੇ ਰੱਖ ਲੈਂਦੇ ਨੇ ਵੀ ਕੱਲ ਨੂੰ ਕੰਮ ਆਏਗਾ। ਜਿਵੇਂ ਕਿਸੇ ਨੂੰ ਕੋਈ ਪੈਸਾ ਮਿਲੇ, ਕਿਸੇ ਨੂੰ ਪੈਨਸ਼ਨ ਤੇ ਬਕਾਇਆ ਮਿਲੇ, ਉਹ ਸਾਂਭ ਲੈਂਦਾ ਵੀ 4 ਦਿਨ ਬੁਢੇਪੇ ਦੇ ਵਧੀਆ ਲੰਘ ਜਾਣਗੇ। ਇਸ ਤਰ੍ਹਾਂ ਹੀ ਹੈ ਨਾ। ਤੇ ਜਿਹੜਾ ਸਾਂਭਦਾ ਨਹੀਂ ਤੇ ਉਹਦਾ ਫਿਰ ਬੁਢੇਪਾ ਖਰਾਬ ਹੁੰਦਾ ਹੈ। ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ। ਗੁਰਮੁਖ ਪਿਆਰੇ ਜਿਹੜੇ ਨੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਉਹ ਗੁਰੂ ਦੇ ਸਨਮੁਖ ਹੋ ਕੇ ਨਾਮ ਦਾ ਵਪਾਰ ਕਰਕੇ ਉਹ ਸੌਦਾ ਜਿਹੜਾ ਤੁਸੀਂ ਪਹਿਲਾਂ ਬਚਨ ਸਰਵਣ ਕੀਤੇ ਨੇ, ਉਸ ਸੌਦੇ ਨੂੰ ਸੰਭਾਲ ਕੇ ਰੱਖਦੇ ਹਨ। ਤੇ ਉਹ ਸੌਦਾ ਜਿਹੜਾ ਹੈ ਉਹ ਮਨੁੱਖ ਦੇ ਇਸ ਸਰੀਰ ਦੇ ਮਿਟਣ ਤੋਂ ਬਾਅਦ ਵੀ ਖਰਚਿਆ ਜਾਂਦਾ। ਇਹਾਂ ਖਾਟ ਚਲੋ ਹਰ ਲਾਹਾ, ਅੱਗੇ ਵਸਨ ਸੁਹੇਲਾ। ਇਸ ਕਰਕੇ ਉਹ ਸੌਦਾ ਜਿਹੜਾ ਹੈ ਦਰਗਾਹ ਤੱਕ ਵੀ ਜਾਂਦਾ, ਉੱਥੇ ਵੀ ਕੰਮ ਆਉਂਦਾ। ਉਸ ਸੌਦੇ ਨੂੰ ਅਸਲ ਦੇ ਵਿੱਚ ਕੀ ਕਿਹਾ ਜਾਂਦਾ? ਚੰਗਿਆਈਆਂ। ਇੱਕ ਹੋਰ ਨਾਲ ਹੋਰ ਸੌਦਾ ਇਹਦਾ ਉਲਟ ਬੁਰਿਆਈਆਂ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਚੰਗਿਆਈਆਂ ਵੀ ਇੱਕ ਸੌਦਾ ਹੈ, ਬੁਰਾਈਆਂ ਇੱਕ ਬੁਰਾ ਸੌਦਾ ਹੈ। ਇਹ ਜਿਹੜਾ ਵਾਚਿਆ ਜਾਂਦਾ, ਇਸ ਨੂੰ ਦੇਖਿਆ ਜਾਂਦਾ ਹੈ। ਸੋ ਨਾਮ ਨਿਧਾਨ ਹਰ ਵਣਜੀਐ ਹੀਰੇ ਪਰਵਾਲੇ। ਸੋ ਪ੍ਰਭੂ ਦਾ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਇਹ ਹੀਰਿਆਂ ਦੀ ਤਰ੍ਹਾਂ, ਜਿਵੇਂ ਹੀਰਿਆਂ ਨੂੰ ਅਸੀਂ ਅਨਮੋਲ ਸਮਝਦੇ ਹਾਂ, ਹੈ ਤੇ ਹੀਰਿਆਂ ਨਾਲੋਂ ਵੱਧ ਕੀਮਤੀ।
ਪਰ ਸਾਨੂੰ ਛੇਤੀ ਸਮਝ ਆ ਜਾਏ, ਇਸ ਕਰਕੇ ਹੀਰਾ ਸ਼ਬਦ ਵਰਤੇ ਹੈ। ਨਾਮ ਨਿਧਾਨ ਇੱਕ ਹੀਰੇ ਦੀ ਤਰ੍ਹਾਂ ਮਰਜੀ ਕਹਿੰਦੇ ਵਣਜ ਕਰ, ਔਰ ਇਹ ਹੀਰੇ ਤੇਰੇ ਸਦਾ ਨਾਲ ਰਹਿਣ ਵਾਲੇ ਨੇ, ਤੈਨੂੰ ਚਮਕਾ ਕੇ ਰੱਖਣਗੇ। ਕਿਸੇ ਨੇ ਗਲ ਦੇ ਵਿੱਚ ਗੋਲਡ ਪਾਇਆ ਹੋਵੇ ਨਾ, ਬਾਲਾ ਕਾਫੀ ਭਾਰਾ, ਸੋਹਣੇ ਕੰਨਾਂ ਦੇ ਵਿੱਚ ਕਾਂਟੇ ਪਾਏ ਹੋਣ, ਤੇ ਇੱਕ ਭੈਣ ਦੂਜੀ ਨੂੰ ਪੁੱਛਦੀ ਕਿੱਥੋਂ ਬਣਾਇਆ। ਜੇ ਕਿਸੇ ਨੇ ਹੀਰਿਆਂ ਦਾ ਹਾਰ ਕੋਈ ਬਿਰਲਾ ਬਿਰਲਾ ਪਾਉਂਦਾ ਹੈ ਵੀ ਕਿਸੇ ਨੇ ਪਾਇਆ ਹੋਵੇ, ਲੋਕੀ ਦੇਖਦੇ ਹੀ ਰਹਿ ਜਾਂਦੇ ਨੇ, ਉਹ ਪੁੱਛਦੇ ਨੇ ਕਿੱਥੋਂ ਬਣਾਇਆ, ਕਿੰਨੇ ਦਾ ਆਇਆ। ਸੋ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਨਾਮ ਨਿਧਾਨ ਹੀਰੇ ਹਰ ਵਣਜੀਆ ਹੀਰੇ ਪਰਵਾਲੇ। ਇਹ ਬੜਾ ਮਹਿੰਗਾ ਜੀਵਨ ਹੈ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਇਸ ਕਰਕੇ ਜਿੱਦਣ ਇਹ ਹੀਰਾ ਸਾਡੇ ਕੋਲੋਂ ਗਵਾਚ ਗਿਆ ਨਾ, ਫਿਰ ਪੁੱਛਣਾ ਸਾਰਿਆਂ ਨੇ ਉਹ ਹੀਰਾ ਕਿੱਥੇ ਗਿਆ, ਉਹ ਹੀਰਾ ਦਿਸਦਾ ਕਿਉਂ ਨਹੀਂ। ਉਹ ਪੈਸਿਆਂ ਨਾਲੋਂ ਵੀ ਕੀਮਤੀ ਹੀਰਾ ਜਿੰਦ ਜਾਨ ਜਿਹੜੀ ਹੈ ਨਾ, ਮਨੁੱਖੀ ਜਾਮਾ ਜਿਹੜਾ ਨਾ, ਕਿਸੇ ਦੀ ਧੀ, ਕਿਸੇ ਦਾ ਪੁੱਤਰ, ਕਿਸੇ ਦਾ ਬਾਪ, ਕਿਸੇ ਦਾ ਹਸਬੈਂਡ, ਕਿਸੇ ਦੀ ਵਾਈਫ, ਕਿਸੇ ਦਾ ਕੋਈ ਨਾਤੀ, ਕੋਈ ਵੀ ਜਿਹੜਾ ਅੰਦਰੋਂ ਜਿਹਨੂੰ ਪਿਆਰ ਬੰਦਾ ਕਰਦਾ ਹੋਵੇ, ਉਹ ਹੀਰਿਆਂ ਨਾਲੋਂ ਕੀਮਤੀ ਹੁੰਦਾ। ਜਦੋਂ ਉਹ ਮਿਸ ਹੋ ਜਾਂਦਾ, ਜਦੋਂ ਉਹ ਚਲਾ ਜਾਂਦਾ, ਤੇ ਲੋਕ ਉਸ ਨੂੰ ਬਹੁਤ ਜ਼ਿਆਦਾ ਯਾਦ ਕਰਦੇ ਨੇ, ਉਹ ਕਹਿੰਦੇ ਮੇਰਾ ਹੀਰਾ ਗਵਾਚ ਗਿਆ। ਇਸ ਤਰ੍ਹਾਂ ਹੁੰਦਾ ਨਾ। ਇਸ ਕਰਕੇ ਤਾਂ ਹੀ ਗੁਰੂ ਪਾਤਸ਼ਾਹ ਨੇ ਐਵੇਂ ਥੋੜ੍ਹਾ ਲਿਖ ਦਿੱਤਾ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਮਨੁੱਖ ਦਾ ਜਨਮ ਭਾਈ ਬਹੁਤ ਕੀਮਤੀ ਹੈ। ਇਸ ਹੀਰੇ ਨੂੰ ਪਰਖਣ ਦੇ ਲਈ ਹੀ ਤੈਨੂੰ ਰੋਜ਼ ਆਵਾਜ਼ਾਂ ਦਿੱਤੀਆਂ ਜਾਂਦੀਆਂ ਹਨ, ਰੋਜ਼ ਸ਼ਬਦ ਪੜ੍ਹਾਇਆ ਜਾਂਦਾ ਹੈ, ਰੋਜ਼ ਤੈਨੂੰ ਸਮਝਾਇਆ ਜਾਂਦਾ ਹੈ। ਮਹਾਰਾਜ ਜੀ ਸਮਝਾਉਂਦੇ ਨੇ ਸਾਨੂੰ ਸਾਰਿਆਂ ਨੂੰ ਵੀ ਸਮਝ ਅਚੇਤ ਚੇਤ ਮਨ ਮੇਰੇ, ਕਥੀ ਸੰਤਨ ਅਕਥ ਕਹਾਣੀ। ਵੀ ਸਮਝ ਮੇਰੇ, ਚਾਹੇ ਕਿਸੇ ਨੂੰ ਚੇਤੇ ਹੈ, ਚਾਹੇ ਕਿਸੇ ਨੂੰ ਨਹੀਂ ਚੇਤੇ ਹੈ, ਦੋਵੇਂ ਸਾਰੇ ਜਾਣੇ ਸਮਝੋ ਉਸ ਦੀ ਅਕਥ ਕਹਾਣੀ ਨੂੰ, ਜਿਹਦੀ ਕਹਾਣੀ, ਜਿਹਦੀ ਜਿਸ ਦੀ ਵਡਿਆਈ ਜਿਹੜੀ ਕਹੀ ਨਹੀਂ ਜਾ ਸਕਦੀ, ਉਸ ਨੂੰ ਸੁਣ, ਉਸ ਨੂੰ ਚਾਅ ਦੇ ਨਾਲ ਦੇਖਣ ਦੀ ਇੱਛਾ ਰੱਖ। ਜਦੋਂ ਕੋਈ ਦੇਖਣ ਦੀ ਇੱਛਾ ਰੱਖਦਾ, ਉਹਨੂੰ ਦਿਸ ਪੈਂਦਾ। ਧਿਆਨ ਦੇਣਾ, ਕਈ ਬੰਦੇ ਕਹਿੰਦੇ ਮੈਨੂੰ ਝੋਲਾ ਜਿਹਾ ਪਿਆ, ਝੋਲਾ ਐਵੇਂ ਨਹੀਂ ਪੈਂਦਾ, ਜਿਹਦੇ ਪ੍ਰਤੀ ਖਿੱਚ ਹੋਵੇ ਨਾ, ਉਹ ਸਾਹਮਣੇ ਆਉਂਦਾ। ਧਿਆਨ ਦੇਣਾ, ਜਿਹਦੇ ਵੱਲ ਕਦੀ ਧਿਆਨ ਹੀ ਨਾ ਗਿਆ ਹੋਵੇ, ਉਹ ਕਿੱਦਾਂ ਤੁਹਾਡੇ ਝੋਲੇ ਦੇ ਅੰਦਰ ਆ ਜੇ, ਜਾਂ ਤੁਹਾਡੇ ਧਿਆਨ ਦੇ ਅੰਦਰ ਆ ਜਾਏ, ਤੁਹਾਡੇ ਸਾਹਮਣੇ ਨਹੀਂ ਆ ਸਕਦਾ। ਸੁਪਨੇ ਵਿੱਚ ਵੀ ਉਹੀ ਆਉਂਦਾ ਜਿਸ ਵੱਲ ਧਿਆਨ ਹੁੰਦਾ। ਸੁਪਨੇ ਦੇ ਵਿੱਚ ਰੱਬ ਵੀ ਉਹਨੂੰ ਹੀ ਦਿਸਦਾ। ਭਗਤ ਕਬੀਰ ਜੀ ਕਹਿੰਦੇ ਜਿਹਦਾ ਰੱਬ ਵਰਗਾ ਰੱਬ ਵੱਲ ਧਿਆਨ ਹੁੰਦਾ, ਸੁੱਤਿਆਂ ਵੀ ਤੇ ਜਾਗਦਿਆਂ ਵੀ ਉਹਨੂੰ ਦਰਸ਼ਨ ਹੋ ਜਾਂਦੇ ਨੇ। ਬਾਣੀ ਵਿੱਚ ਬਹੁਤ ਕੁਛ ਲਿਖਿਆ ਇਹਦੇ ਬਾਰੇ, ਸਮਾਂ ਇਜਾਜ਼ਤ ਨਹੀਂ ਦਿੰਦਾ ਤੁਹਾਡੇ ਨਾਲ ਇਹ ਮੈਂ ਵਿਚਾਰ ਸਾਂਝੀ ਕਰਾਂ। ਜਿਉਂਦਿਆਂ, ਚਲੋ ਹੋਰ ਹੱਦ ਦੀ ਗੱਲ, ਜਿਉਂਦਿਆਂ ਵੀ ਤੇ ਮਰਿਆਂ ਵੀ ਉਹ ਰਹਿੰਦਾ। ਜਿਉਂਦਿਆਂ ਵੀ ਉਹ ਹਾਜ਼ਰ ਹੈ, ਤੇ ਜਦ ਮਿਟ ਜਾਣਾ ਅਸੀਂ ਸਰੀਰ ਨੇ, ਅਸੀਂ ਵੈਸੇ ਅੰਦਰੋਂ ਨਹੀਂ ਮਿਟਣਾ, ਆਤਮਾ ਅਮਰ ਹੈ। ਉਹ ਸਾਡੇ ਸਰੀਰ ਤੋਂ ਜਾਣ ਤੋਂ ਬਾਅਦ ਵੀ ਉਸ ਤੋਂ ਸਦਾ ਸਲਾਮਤ ਨਿਰੰਕਾਰ ਹਾਜ਼ਰ ਨਾਜ਼ਰ। ਸੋ ਆਖਰੀ ਪੰਕਤੀ ਪੜ੍ਹੀ ਹੈ, ਵਿਨ ਕਾਇਆ ਜੇ ਹੋਰ ਥੈ ਧਨ ਖੋਜਦੇ, ਸੇ ਮੂੜ ਬਤਾਲੇ। ਵਾਹ ਜੀ ਵਾਹ, ਕਿਆ ਬਾਤ ਹੈ। ਮਹਾਰਾਜ ਜੀ ਕਹਿੰਦੇ ਆਪਣੇ ਘਰ ਤੋਂ ਬਗੈਰ ਜਿਹੜੇ ਹੋਰ ਪਾਸੇ ਖੋਜਦੇ ਨੇ ਰੱਬ ਨੂੰ, ਸੇ ਮੂੜ ਬਤਾਲੇ। ਬਤਾਲੇ ਕਹਿੰਦੇ ਭੂਤ ਨੇ ਇਹਨੂੰ, ਭੂਤ ਨੂੰ, ਮੂੜ ਕਹਿੰਦੇ ਨੇ ਮੂਰਖ ਨੂੰ। ਮਹਾਰਾਜ ਜੀ ਕਹਿੰਦੇ ਇਸ ਕਾਇਆ ਦੇ ਵਿੱਚੋਂ ਹੀ ਗਿਆਨ ਪ੍ਰਗਟ ਹੋਇਆ। ਤੁਸੀਂ ਜਦੋਂ ਅਸੀਂ ਅੱਖੀਆਂ ਮੀਟਦੇ ਹਾਂ, ਜਾਂ ਕੋਈ ਸਾਧੂ ਮਹਾਂਪੁਰਖ ਅੱਖੀਆਂ ਮੀਚਦਾ, ਉਹ ਆਪਣੇ ਅੰਦਰ ਧਿਆਨ ਕਰਦਾ, ਅੰਦਰੋਂ ਫਿਰ ਗਿਆਨ ਪ੍ਰਗਟ ਹੁੰਦਾ। ਸੋ ਪਾਤਸ਼ਾਹ ਜੀ ਫਰਮਾਨ ਕਰਦੇ ਇਸ ਕਾਇਆ ਦੇ ਵਿੱਚੋਂ ਹੀ ਤੈਨੂੰ ਰੱਬ ਨੂੰ ਪ੍ਰਗਟ ਕਰਨਾ ਪੈਣਾ। ਚਾਹੇ ਤੂੰ ਕਿਸੇ ਸਤਿਪੁਰਖ ਕੋ ਜਾ, ਉਹ ਵੀ ਤੈਨੂੰ ਜੁਗਤੀ ਮਾੜੀ ਜੀ ਦੱਸ ਦੇਗਾ। ਉਹਨੇ ਕਹਿਣਾ ਘੜੀ ਪਲ ਬੈਠ, ਸ਼ਬਦ ਦਾ ਅਭਿਆਸ ਕਰ, ਅੰਦਰ ਖੋਜ, ਅੰਦਰ ਧਿਆਨ ਲੈ ਕੇ ਜਾ, ਉਹ ਵੀ ਤੇ ਹੀ ਦੱਸੇਗਾ ਨਾ। ਸਭ ਕੁਛ ਨੇ ਦੇ ਦੇਣਾ, ਤੇ ਮਿਹਨਤ ਤੇ ਸਾਨੂੰ ਆਪਣੀ ਆਪ ਹੀ ਕਰਨੀ ਪੈਣੀ ਹੈ। ਤੇ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਵੀ ਕਹਿੰਦੇ ਵਿਨ ਕਾਇਆ ਜੇ ਹੋਰ ਥੈ ਧਨ ਖੋਜਦੇ। ਜਿਹੜਾ ਨਾਮ ਧਨ ਹੈ, ਜਿਹੜੇ ਹੋਰ ਪਾਸੇ ਖੋਜਦੇ ਹਨ, ਜਿਹੜਾ ਨਾਮ ਧਨ ਹੋਰ ਪਾਸੇ ਖੋਜਦੇ ਹਨ। ਸੋ ਪਾਤਸ਼ਾਹ ਜੀ ਫਰਮਾਨ ਕਰਦੇ ਹਨ
ਉਹ ਮੂੜ ਹਨ ਬੇਤਾਲੇ ਹਨ, ਮਤਲਬ ਉਹ ਮੂਰਖਾਂ ਦੀ ਸ਼੍ਰੇਣੀ ਦੇ ਵਿੱਚ ਹਨ। ਸੇ ਉੱਜੜ ਭਰਮ ਭਵਾਈਐ, ਜਿਉ ਝਾੜ ਮਿਰਗ ਭਾਲੇ। ਇੱਕ ਹੋਰ ਪੰਕਤੀ ਨਹੀਂ ਪੜ੍ਹਦੇ ਹੁੰਦੇ ਅਸੀਂ, ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ, ਵਾਹੜ ਜਨਮ ਨਾ ਆਵਾਂ। ਅਗਲੀ ਪੰਕਤੀ ਵਿੱਚ ਬਿਲਕੁਲ ਕਲੀਅਰ ਕਰਤਾ ਪਾਤਸ਼ਾਹ ਜੀ, ਕਹਿੰਦੇ ਸੇ ਉੱਜੜ ਭਰਮ ਭਵਾਈਐ, ਜਿਉ ਝਾੜ ਮਿਰਗ। ਮਿਰਗ ਕਹਿੰਦੇ ਹਿਰਨ ਨੂੰ, ਕਹਿੰਦੇ ਜਿਵੇਂ ਹਿਰਨ ਦੀ ਧੁੰਨੀ ਦੇ ਵਿੱਚ, ਨਾਭੀ ਦੇ ਵਿੱਚ ਕਸਤੂਰੀ ਹੁੰਦੀ ਹੈ, ਉਹ ਮਹਿਕ ਬਹੁਤ ਦਿੰਦੀ ਹੈ, ਸਮੈਲ ਬਹੁਤ ਦਿੰਦੀ ਹੈ, ਸੁਗੰਧੀ ਬੜੀ ਦਿੰਦੀ ਹੈ। ਉਹਨੂੰ ਲੱਗਦਾ, ਘੱਟ ਕਰਕੇ ਆ ਜਾ, ਉਹਨੂੰ ਲੱਗਦਾ ਵੀ ਇਹ ਸ਼ਾਇਦ ਕਿਸੇ ਜੰਗਲ ਦੇ ਵਿੱਚ ਹੈ। ਉਸ ਨੂੰ ਲੱਗਦਾ ਵੀ ਇਹ ਸ਼ਾਇਦ ਕਿਸੇ ਜੰਗਲ ਦੇ ਵਿੱਚ ਹੈ। ਉਸ ਨੂੰ ਭਾਲਣ ਦੇ ਲਈ, ਉਸ ਨੂੰ ਲੱਭਣ ਦੇ ਲਈ ਉਹ ਛਾਲਾਂ ਮਾਰਦਾ। ਹਿਰਨ ਜਿਹੜਾ ਹੈ ਉਸ ਸੁਗੰਧੀ ਨੂੰ ਲੱਭਣ ਦੇ ਲਈ, ਭਾਲਣ ਦੇ ਲਈ ਟੱਪਦਾ, ਬੜਾ ਦੂਰ ਦੂਰ ਜਾਂਦਾ। ਸੋ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਉਹ ਸਭ ਕੁਛ ਘਰ ਮੈਂ ਬਾਹਰ ਨਹੀਂ। ਉਹ ਤੇ ਉਹਦੀ ਆਪਣੀ ਨਾਭੀ ਦੇ ਵਿੱਚ ਸੀ। ਸੇ ਉੱਜੜ ਭਰਮ ਭਵਾਈਐ, ਜਿਉ ਝਾੜ ਮਿਰਗ ਭਾਲੇ। ਕਹਿੰਦੇ ਜਿਵੇਂ ਝਾੜਾਂ ਦੇ ਵਿੱਚ, ਜਿਵੇਂ ਉਜਾੜ ਦੇ ਵਿੱਚ, ਜਿਵੇਂ ਜੰਗਲ ਦੇ ਵਿੱਚ ਹਿਰਨ ਜਿਹੜਾ ਕਸਤੂਰੀ ਨੂੰ ਲੱਭਦਾ ਹੋਇਆ ਭਟਕਦਾ, ਇੱਧਰ ਜਾਂਦਾ ਉੱਧਰ ਜਾਂਦਾ, ਤੇ ਉਸ ਨੂੰ ਪਤਾ ਹੀ ਨਹੀਂ ਉਹ ਸੁਗੰਧੀ ਵਾਲੀ ਚੀਜ਼ ਤੇਰੇ ਆਪਣੇ ਹੀ ਕੋਲ ਹੈ। ਜਿਸ ਪ੍ਰਮਾਤਮਾ ਨੂੰ ਅਸੀਂ ਪੁੱਛਦੇ ਫਿਰਦੇ ਹਾਂ ਵੀ ਰੱਬ ਕੋਈ ਮਿਲਾ ਦਿੰਦਾ, ਰੱਬ ਕਿਧਰੋਂ ਮਿਲ ਜਾਂਦਾ, ਤੇ ਮਹਾਰਾਜ ਜੀ ਨੇ ਬਾਣੀ ਵਿੱਚ ਸਾਨੂੰ ਦੱਸਿਆ, ਬੰਦੇ ਕੋਜ ਦਿਲ ਹਰ ਰੋਜ਼। ਆਪਣੇ ਆਪ ਇਕੱਲੇ ਬਹਿ ਕੇ ਨਾ, ਅੰਤਰਮੁਖੀ ਹੋ ਕੇ ਵਿਚਾਰ ਕਰਨੀ ਸ਼ੁਰੂ ਕਰ ਦਿਓ, ਆਪਣੇ ਆਪ ਅੰਦਰੋਂ ਪਤਾ ਲੱਗਣਾ ਸ਼ੁਰੂ ਹੋ ਜਾਏਗਾ। ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖ ਕੇ ਆਪਣੇ ਆਪ ਨਾਲ ਗੱਲਾਂ ਕਰਨੀਆਂ ਕੋਈ ਸ਼ੁਰੂ ਕਰ ਦੇਵੇ, ਆਪਣੇ ਆਪ ਹੀ ਗਿਆਨ ਹੋਣਾ ਸ਼ੁਰੂ ਹੋ ਜਾਏਗਾ, ਸੰਗ ਆਉਣੀ ਸ਼ੁਰੂ ਹੋ ਜਾਏਗੀ ਮਾੜੇ ਕਰਮਾਂ ਕਰਕੇ। ਕਿਉਂਕਿ ਆਪਣੇ ਆਪ ਨੂੰ ਇਨਸਾਨ ਦੇਖਦਾ ਬਹੁਤ ਘੱਟ ਹੈ ਨਾ, ਸਿਰਫ ਸੰਵਾਰਨ ਦੇ ਲਈ ਦੇਖਦਾ, ਸਿਰਫ ਸ਼ਿੰਗਾਰਨ ਦੇ ਲਈ ਦੇਖਦਾ, ਸਿਰਫ ਸੋਹਣੀ ਦਸਤਾਰ ਬੰਨਣ ਦੇ ਲਈ ਦੇਖਦਾ। ਕਿਧਰੇ ਆਪਣੇ ਔਗਣਾਂ ਨੂੰ ਦੇਖਣ ਦੇ ਲਈ ਵੀ ਕਦੀ 15 ਮਿੰਟ ਸ਼ੀਸ਼ੇ ਵਿੱਚ ਆਪਣਾ ਕਿਤੇ ਮੂੰਹ ਦੇਖ ਲਿਆ ਜਾਏ ਨਾ, ਤੇ ਭਗਤ ਨਾਮਦੇਵ ਜੀ ਦੀ ਬਾਣੀ ਦੀ ਪੰਕਤੀ ਕਹਿੰਦੇ, ਤੈਨੂੰ ਰੱਬ ਦਿਸ ਜਾਏਗਾ, ਤੈਨੂੰ ਰੱਬ ਦਿਖਾਈਏ। ਉਦੋਂ ਤੇ ਸ਼ੀਸ਼ੇ ਨਹੀਂ ਹੁੰਦੇ ਸੀ, ਪਾਣੀ 'ਚ ਲੋਕੀ ਦੇ ਲੈਂਦੇ ਸੀ ਨਾ ਮੂੰਹ। ਤੇ ਭਗਤ ਜੀ ਦਾ ਸ਼ਬਦ ਵੀ ਐਸਾ ਹੈ, ਕਹਿੰਦੇ ਐਸੋ ਰਾਮ ਰਾਏ ਅੰਤਰਜਾਮੀ, ਜੈਸੇ ਦਰਪਨ ਮਾਹੇ ਬਦਨ ਪ੍ਰਵਾਨੀ, ਬਸੇ ਘਟਾ ਘਟ ਲੀਪ ਨ ਛਿਪੈ, ਬੰਧਨ ਮੁਕਤਾ ਜਾਤ ਨ ਦਿਸੈ, ਪਾਣੀ ਮਾਹੇ ਦੇਖ ਮੁਖ ਜੈਸਾ। ਪਾਣੀ ਮਾਹੇ ਦੇਖ ਮੁਖ ਜੈਸਾ, ਜਿਵੇਂ ਪਾਣੀ ਵਿੱਚ ਆਪਣਾ ਚਿਹਰਾ ਦੇਖ ਲਿਆ। ਨਾਮੇ ਗੋਸਵਾਮੀ ਬੀਠਲ ਐਸਾ, ਜਿਨ੍ਹਾਂ ਦੇਖਣਾ ਉਹਦੇ ਪਾਣੀ ਵਿੱਚ ਚਿਹਰਾ ਦੇਖ ਕੇ ਆਪਣੇ ਆਪ ਨੂੰ ਸੰਵਾਰ ਲੈਂਦੇ ਨੇ, ਸ਼ਿੰਗਾਰ ਲੈਂਦੇ ਨੇ। ਤਨ ਨੂੰ ਤੇ ਸ਼ੀਸ਼ੇ ਵਿੱਚ ਸ਼ਿੰਗਾਰ ਲਿਆ ਤੂੰ, ਮਹਾਰਾਜ ਜੀ ਕਹਿੰਦੇ, ਤੇ ਮਨ ਨੂੰ ਵੀ ਸ਼ਿੰਗਾਰਿਆ ਜਾ ਸਕਦਾ ਸੀ ਜੇ ਉਸ ਸ਼ੀਸ਼ੇ ਦੇ ਵਿੱਚੋਂ ਅੰਦਰ ਉਤਰ ਜਾਂਦਾ। ਅੰਦਰ ਵੀ ਪੌੜੀਆਂ ਨੇ, ਅੰਦਰ ਉਤਰ ਜਾਂਦਾ, ਤੈਨੂੰ ਪਤਾ ਲੱਗ ਜਾਣਾ ਸੀ ਤੂੰ ਕਿੱਥੇ ਕਹੈਂ, ਕਿੱਥੇ ਕਹੈਂ। ਇਸ ਕਰਕੇ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ, ਸਭ ਕੁਛ ਘਰ ਮੈਂ ਸੇ ਉੱਜੜ ਭਰਮ ਭਵਾਈ ਹੈ, ਜਿਉ ਝਾੜ ਮਿਰਗ ਭਾਲੇ। ਜਿਵੇਂ ਕਸਤੂਰੀ ਨਹੀਂ ਉਹਨੂੰ ਮਿਲਦੀ, ਉਹ ਭਜਦਾ ਫਿਰਦਾ। ਆਹਾ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧਨਾ ਪਾਏ। ਇਸ ਘਰ ਦੇ ਵਿੱਚ ਹੀ ਦੇਖੋ, ਅੰਦਰੋਂ ਹੀ ਖੁਸ਼ੀ ਮਿਲਦੀ ਹੈ, ਅੰਦਰੋਂ ਹੀ ਦੁੱਖ ਪੈਦਾ ਹੁੰਦਾ, ਅੰਦਰੋਂ ਹੀ ਦਰਦ ਪੈਦਾ ਹੁੰਦਾ, ਅੰਦਰੋਂ ਹੀ ਹੰਝੂ ਪੈਦਾ ਹੁੰਦੇ ਨੇ, ਅੰਦਰੋਂ ਹੀ ਖਿੱਚ ਪੈਦਾ ਹੁੰਦੀ ਹੈ, ਅੰਦਰੋਂ ਹੀ ਵਿਰੋਧਤਾ ਪੈਦਾ ਹੁੰਦੀ ਹੈ, ਅੰਦਰੋਂ ਹੀ ਨੇੜਤਾ ਪੈਦਾ ਹੁੰਦੀ ਹੈ, ਅੰਦਰੋਂ ਹੀ ਦੂਰੀ ਪੈਦਾ ਹੁੰਦੀ ਹੈ। ਤੇ ਪ੍ਰਮਾਤਮਾ ਵੀ ਤੇ ਅੰਦਰੋਂ ਹੀ ਪੈਦਾ ਹੋਣਾ। ਜੇ ਸਾਰੀਆਂ ਚੀਜ਼ਾਂ ਅੰਦਰੋਂ ਹੀ ਪੈਦਾ ਹੁੰਦੀਆਂ, ਕਿਸੇ ਪ੍ਰਤੀ ਨਫ਼ਰਤ ਕਿੱਥੋਂ ਪੈਦਾ ਹੋਈ? ਅੰਦਰੋਂ। ਕਿਸੇ ਪ੍ਰਤੀ ਖਿੱਚ ਚਾਹਤ ਕਿੱਥੋਂ ਪੈਦਾ ਹੋਈ? ਅੰਦਰੋਂ। ਦਰਦ ਕਿੱਥੋਂ ਮਹਿਸੂਸ ਹੋਇਆ? ਅੰਦਰੋਂ। ਤੇ ਬੈਂਡ ਵਾਜਿਆਂ ਨੂੰ ਸਦਾ ਦਿੱਤਾ, ਬੜੀ ਖੁਸ਼ੀ ਹੈ, ਉਹ ਖੁਸ਼ੀ ਕਿੱਥੋਂ ਪੈਦਾ ਹੋਈ? ਅੰਦਰੋਂ। ਤੇ ਪ੍ਰਮਾਤਮਾ ਵੀ ਕਿੱਥੋਂ ਪੈਦਾ ਹੋਣਾ? ਅੰਦਰੋਂ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ। ਸੱਚੇ ਪਾਤਸ਼ਾਹ ਜੀ ਮਿਹਰ ਕਰਨੀ, ਇਹ ਜਿਹੜਾ ਤੁਸੀਂ ਗਿਆਨ ਬਖਸ਼ਿਆ ਇਹ ਮਹਾਰਾਜ ਜੀ ਸਦੀਵੀ ਰਹੇ, ਸਰੀਰ ਮਿਟ ਜਾਵੇ,
ਪਰ ਇਹ ਗਿਆਨ ਸਾਡਾ ਮਾਰਗਦਰਸ਼ਨ ਕਰਦਾ ਰਹੇ। ਸਾਡੇ ਔਗਣਾਂ ਵੱਲ ਨਾ ਦੇਖਣਾ, ਸਾਡੇ ਗੁਨਾਹਾਂ ਨੂੰ ਮਾਫ ਕਰ ਦੇਣਾ, ਵਿਘਨਾਂ ਰੁਕਾਵਟਾਂ ਨੂੰ ਕੱਟ ਦੇਣਾ, ਮਾਰਗਦਰਸ਼ਨ ਕਰਨਾ। ਸਭ ਦਾ ਭਲਾ ਮਾਲਕ ਜੀ ਕਰੋ, ਸਭ ਦੇ ਪਰਿਵਾਰਾਂ ਬੱਚਿਆਂ ਨੂੰ ਖੁਸ਼ੀਆਂ ਦਿਓ। ਔਰ ਮਹਾਰਾਜ ਜੀ ਗੁਰਮਤਿ ਬਖਸ਼ੋ, ਨਿਤਨੇ ਬਖਸ਼ੋ, ਅੰਮ੍ਰਿਤ ਵੇਲੇ ਉਦਮ ਇਸ਼ਨਾਨ ਜਾਗਣਾ ਬਖਸ਼ੋ, ਤੇ ਸਰਬੱਤ ਦਾ ਭਲਾ ਮੰਗੀਏ ਤੇ ਕਰੀਏ, ਐਸੀ ਸਮਤ ਦਿਓ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।